वाहिगुरु जी का खालसा वाहिगुरु जी की फतेह। गुरु दर ते हाजर गुरु सवारे खालसा जी, आप जी वडभागे हो जो 8वें पातशाह बाला प्रीतम सतगुरु जिस डिठै सब दुख जाए, इन्हां अजमतां वडियाइयां दे मालक गुरु हरकृष्ण साहब महाराज जी दे पवित्र चरण छो प्राप्त इतिहासक अस्थान गुरुद्वारा बंगला साहब जी की यात्रा करदियां जुगो जुग अटल छतर चवर तखत दे मालक धन 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 श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां इकागर करो, रसना पवित्र कर दे एक बार सारे उच्चारण करो जी सतनाम वाहिगुरु जी। ये इतिहास पहले पातशाह जाहर पीर जगत गुरु कल तारण आए श्री गुरु नानक देव महाराज जी का है। प्रसंग है भगत धरू का। इस तो पहला आपने भगत प्रहलाद की कथा सुनी है। भगत धरू जी का प्रसंग आरंभ होया। भाई मरदाना जी ने पूछया, बाबा इस छोटे जे बच्चे ने भगती क्यों की सी? क्योंकि 5 साल की उम्र भगती वाली नहीं हुंदी, खेडण वाली हुंदी है। बै लग तप कीनो किह कारण प्रभु रजाए विपत बदारण। केड़ी मुसीबत सी, केड़ी विपता सी जिसनों भगत धरू खत्म करना चाहता सी? तो सतगुरां ने दसिया कि मरदानिया बहुत समा पहला एक शंभू मुन राजा हुंदा सी। उहदे 2 पुत्र होए। एक दा नां सी प्रिय ब्रत, दूजे दा नां सी उतानपाद। उतानपाद जिहड़ा है उसदे घर भगत धरू का जन्म होया। उतानपाद दियां 2 राणियां सन। जिस राणी दे इस बच्चे का जन्म होया, राजा उस राणी नूं प्यार नहीं सी करदा। जिस राणी नूं प्यार करदा सी उहदे घर बच्चा नहीं सी। एक दिन बच्चियां नाल हसदा खेडदा ये छोटा जिहा बालक धरू हसदा घर आया।
ਬੱਚਿਆਂ ਨਾਲ ਹੱਸਦਾ ਖੇਡਦਾ ਘਰ ਆਇਆ ਤੇ ਆ ਕੇ ਮਤਰੇਈ ਮਾਂ ਦੇ ਮਹਿਲਾਂ ਵਿੱਚ, ਜਿੱਥੇ ਅਕਸਰ ਪਿਤਾ ਬਾਪ ਰਾਜਾ ਉਤਾਨਪਾਦ ਬੈਠਾ ਰਹਿੰਦਾ ਸੀ, ਉਹਦੀ ਗੋਦੀ ਵਿੱਚ ਬਹਿ ਗਿਆ। ਉਹ ਜਿਹੜੀ ਮਤਰੇਈ ਮਾਂ ਸੀ, ਰਾਣੀ ਸੀ, ਜਿਹਨੂੰ ਰਾਜਾ ਜ਼ਿਆਦਾ ਪਿਆਰ ਕਰਦਾ ਸੀ, ਉਹਦਾ ਨਾਂ ਸੀ ਸੁਰੁਚੀ। ਜਿਹੜੀ ਇਹਦੀ ਮਾਂ ਸੀ, ਉਹਦਾ ਨਾਂ ਸੀ ਸੁਨੀਤਾ। ਸੁਰੁਚੀ ਨੇ ਵੇਖਿਆ ਕਿ ਮੇਰੀ ਸੌਂਕਣ ਦਾ ਪੁੱਤਰ ਮੇਰੇ ਪਤੀ ਰਾਜੇ ਦੀ ਗੋਦੀ ਵਿੱਚ ਬੈਠਾ ਹੈ। ਉਸਨੇ ਬਾਹ ਤੋਂ ਪਕੜ ਕੇ ਖਿੱਚ ਕੇ ਉਠਾ ਦਿੱਤਾ, ਝਿੜਕ ਦਿੱਤਾ, ਕੁਝ ਕੌੜੇ ਸ਼ਬਦ ਬੋਲ ਦਿੱਤੇ ਕਿ ਤੂੰ ਇੱਥੇ ਨਹੀਂ ਬਹਿ ਸਕਦਾ, ਇੱਥੇ ਬਹਿਣਾ ਹੈ ਤੇ ਤੈਨੂੰ ਭਗਤੀ ਕਰਨੀ ਹੋਏਗੀ, ਫਿਰ ਮੇਰੀ ਕੁੱਖ ਤੋਂ ਜਨਮ ਲੈਣਾ ਹੋਏਗਾ। ਜਦੋਂ ਮੇਰੇ ਘਰ ਤੇਰਾ ਜਨਮ ਹੋਏਗਾ, ਫਿਰ ਤੈਨੂੰ ਇਸ ਪਿਤਾ ਦੀ ਗੋਦ ਵੀ ਮਿਲੇਗੀ ਤੇ ਪਿਤਾ ਦਾ ਤੂੰ ਉੱਤਰਾਧਿਕਾਰੀ ਪੁੱਤਰ ਰਾਜਾ ਵੀ ਬਣੇਗਾ। ਭਗਤ ਧਰੂ ਜਿਹੜਾ ਸੀ, ਇਹ ਰੋਂਦਾ ਰੋਂਦਾ ਆਪਣੀ ਮਾਂ ਕੋਲ ਗਿਆ, ਆਪਣੇ ਘਰ ਗਿਆ। ਇਹਨੇ ਜਾ ਕੇ ਮਾਂ ਨੂੰ ਪੁੱਛਿਆ, ਮਾਂ ਇੰਜ ਕਿਉਂ ਹੋਇਆ? ਇੱਥੋਂ ਅੱਜ ਦੀ ਕਥਾ ਆਰੰਭ ਹੈ। ਤੇ ਮਾਂ ਨੇ ਦੱਸਿਆ ਸੀ, ਪੁੱਤਰ ਮੈਂ ਰਾਣੀ ਤਾਂ ਹਾਂ, ਕਿਉਂਕਿ ਰਾਜੇ ਨਾਲ ਵਿਆਹੀ ਹੋਈ ਹੈ, ਸਾਰੀ ਦੁਨੀਆ ਕਹਿੰਦੀ ਹੈ ਰਾਣੀ ਹੈ, ਰਾਜੇ ਦੀ ਧੀ ਵੀ ਹਾਂ, ਪਰ ਮੇਰੇ ਕਰਮ ਇਦਾਂ ਦੇ ਨਹੀਂ ਕਿ ਮੈਂ ਰਾਜ ਭਾਗ ਦੇ ਉਹਨਾਂ ਅਧਿਕਾਰਾਂ ਦੀ ਪਾਤਰ ਬਣ ਸਕਾਂ, ਉਹਨਾਂ ਅਧਿਕਾਰਾਂ ਦੀ ਵਰਤੋਂ ਕਰ ਸਕਾਂ, ਜਾਂ ਉਹ ਅਧਿਕਾਰ ਹੱਕ ਹਕੂਕ ਜਿਹੜੇ ਨੇ ਮੈਂ ਉਹਨਾਂ ਨੂੰ ਹਾਸਲ ਕਰ ਸਕਾਂ। ਹਾਂਜੀ। ਗਿਰਾ ਸਬਤ ਨੈ ਸਾਚ ਉਚਾਰੀ, ਤੂੰ ਜਨਮਿਓ ਮਮ ਗਰਭ ਮਜਾਰੀ। ਇਹਦੇ ਚ ਪੁੱਤਰ ਤੇਰਾ ਕਸੂਰ ਨਹੀਂ ਹੈ, ਕਸੂਰ ਸਿਰਫ ਮੇਰਾ ਹੈ, ਕਿਉਂਕਿ ਤੂੰ ਮੇਰੇ ਗਰਭ ਤੋਂ ਜੰਮਿਆ। ਇਹ ਗੱਲ ਤੇ ਉਹਨੇ ਠੀਕ ਕਹੀ ਹੈ ਕਿ ਜਿਹੜਾ ਉਹਦੇ ਗਰਭ ਤੋਂ ਜੰਮੇਗਾ ਉਹ ਰਾਜੇ ਦੀ ਗੋਦੀ ਵਿੱਚ ਬਵੇਗਾ, ਉਹ ਰਾਜੇ ਦਾ ਉੱਤਰਾਧਿਕਾਰੀ ਬਣੇਗਾ। ਗਿਰਾ ਸਵਤ ਨੇ ਸਾਚ ਉਚਾਰੀ, ਤੂੰ ਜਨਮਿਓ ਮਮ ਗਰਭ ਮਜਾਰੀ। ਤੇਰੀ ਗਲਤੀ ਸਿਰਫ ਇੰਨੀ ਹੈ ਕਿ ਤੂੰ ਮੇਰੀ ਕੁੱਖ ਤੋਂ ਜਨਮਿਆ। ਹਾਂਜੀ। ਮੰਦ ਭਾਕ ਮੋ ਕੋ ਲਖ ਲੀਜੈ, ਦਾਸੀ ਸਾਮਨਹਿ ਮੁਝੈ ਲਖੀਜੈ। ਇਸ ਕਰਕੇ ਮੰਦੇ ਭਾਗ ਤਾਂ ਮੇਰੇ ਪੁੱਤਰ ਜ਼ਰੂਰ ਨੇ, ਪਰ ਮੈਂ ਨੁਕਰਾਨੀ ਨਹੀਂ ਆ, ਦਾਸੀ ਨਹੀਂ ਆ। ਹੁਣ ਆਪਾਂ ਵੇਖਦੇ ਹਾਂ ਕਈ ਮਨੁੱਖਾਂ ਦੀ ਘਰ ਵਿੱਚ ਕਦਰ ਕੁੱਤੇ ਜਿੰਨੀ ਨਹੀਂ, ਤੇ ਕਈ ਘਰਾਂ ਵਿੱਚ ਕੁੱਤੇ ਦੀ ਕਦਰ ਜਿਹੜੀ ਹੈ ਉਹ ਘਰ ਦੇ ਮਾਲਕ ਨਾਲੋਂ ਵੀ ਬਹੁਤੀ ਹੈ। ਕਈ ਘਰਾਂ ਵਿੱਚ ਬੰਦੇ ਦੀ ਕਦਰ ਬਿੱਲੀ ਜਿੰਨੀ ਵੀ ਨਹੀਂ, ਤੇ ਕਈ ਘਰਾਂ ਵਿੱਚ ਬਿੱਲੀਆਂ ਦੀ ਕਦਰ ਮਾਲਕਾਂ ਨਾਲੋਂ ਵੀ ਬਹੁਤੀ ਹੈ। ਇਹ ਬਿੱਲੀਆਂ, ਇਹ ਕੁੱਤੇ ਕਾਰਾਂ ਵਿੱਚ ਝੂਟਦੇ ਨੇ। ਮੈਂ ਤੇ ਬਾਈ ਏਅਰ ਸਫ਼ਰ ਕਰਦੇ ਵੇਖੇ ਨੇ ਕੁੱਤੇ। ਗੋਰੇ ਲੋਕ ਜਦੋਂ ਉਹ ਟਰੈਵਲਿੰਗ ਕਰਦੇ ਨੇ ਤਾਂ ਆਪਣੇ ਡੌਗੀ ਨਾਲ ਲੈ ਕੇ ਜਾਂਦੇ ਨੇ। ਏਅਰਪੋਰਟ ਤੇ ਲੈ ਕੇ ਲੋਕ ਕੁੱਤੇ ਘੁੰਮਦੇ ਹੁੰਦੇ ਨੇ, ਬਕਾਇਦਾ ਉਹਨਾਂ ਨੇ ਉਹਨਾਂ ਦੀਆਂ ਟਿਕਟਾਂ ਬੁੱਕ ਕਰਾਈਆਂ ਹੁੰਦੀਆਂ ਨੇ।
ਦਿੱਲੀ ਵਿੱਚ ਵੀ ਹੈ, ਇਧਰ ਕੁਤਬ ਮਨਾਰ ਸਾਈਡ ਕੋਈ ਐਸੀ ਜਗ੍ਹਾ ਬਣੀ ਹੋਈ ਹੈ ਜਿੱਥੇ ਅਮੀਰ ਆਦਮੀ ਆਪਣੇ ਕੁੱਤੇ ਛੱਡ ਜਾਂਦੇ ਨੇ, ਜਦੋਂ ਵਾਪਸ ਆਉਂਦੇ ਨੇ ਉੱਥੋਂ ਲੈ ਆਉਂਦੇ ਨੇ। ਪਰ ਐਸੇ ਵੀ ਲੋਕ ਹੈਗੇ ਨੇ ਜਿਹੜੇ ਘੁੰਮਣ ਘੁਮਾਉਣ ਜਾਣ ਤੇ ਉਹਨਾਂ ਦੀ ਬਾਪ ਦੀ ਕਦਰ ਕੁੱਤੇ ਜਿੰਨੀ ਵੀ ਨਹੀਂ ਹੁੰਦੀ ਵੀ ਉਹਦੇ ਵਾਸਤੇ ਵੀ ਕੋਈ ਰੋਟੀ ਦਾ ਪ੍ਰਬੰਧ ਕਰਕੇ ਜਾਣ। ਉਹ ਕੁੱਤੇ ਦਾ ਪ੍ਰਬੰਧ ਕਰ ਜਾਂਦੇ ਨੇ, ਪਿਓ ਦਾ ਨਹੀਂ ਕਰਦੇ। ਹੁਣ ਇਹ ਕੀ ਹੈ? ਇਹ ਕਰਮ ਨੇ। ਜਿਹੜੀ ਕੱਲ ਆਪਾਂ ਕਥਾ ਸੁਣੀ ਸੀ ਨਾ, ਬੜੇ ਪਿਆਰੇ ਸ਼ਬਦ ਆਖੇ ਸਨ ਭਗਤ ਧਰੂ ਦੀ ਮਾਂ ਨੇ। ਕਹਿੰਦੀ ਪੁੱਤਰ ਦੁੱਖ ਸੁਖ ਕੋ ਨਾ ਦੇਤ ਕਹਿ ਤਾਹੀਂ, ਕਰਮ ਕਰੈ ਜਸ ਤਸ ਫਲ ਪਾਈ। ਕੋਈ ਕਿਸੇ ਨੂੰ ਦੁੱਖ ਨਹੀਂ ਦਿੰਦਾ, ਇਹ ਵੀ ਆਪਣੇ ਕਰਮਾਂ ਦਾ ਹੈ। ਕੋਈ ਕਿਸੇ ਨੂੰ ਸੁੱਖ ਨਹੀਂ ਦਿੰਦਾ, ਇਹ ਵੀ ਆਪਣੇ ਕਰਮਾਂ ਦਾ ਹੈ। ਦੁੱਖ ਵੀ ਆਪਣੇ ਕਰਮਾਂ ਦਾ ਹੈ, ਸੁੱਖ ਵੀ ਆਪਣੇ ਕਰਮਾਂ ਦਾ ਹੈ। ਔਰ ਇਹਦੇ ਤੇ ਮੈਂ ਕੱਲ ਕਥਾ ਨੂੰ ਰੋਕ ਕੇ ਵੀ ਬੇਨਤੀ ਕੀਤੀ ਸੀ ਵੀ ਇਹ ਬੜੀ ਕਮਾਲ ਦੀ ਕਵੀ ਜੀ ਨੇ ਇਹ ਗੱਲ ਭਗਤ ਧਰੂ ਦੀ ਮਾਂ ਦੇ ਮੁਖ ਤੋਂ ਲਿਖੀ ਹੈ। ਆਪਾਂ ਨੂੰ ਗੁੱਸਾ ਨਹੀਂ ਕਰਨਾ ਚਾਹੀਦਾ। ਭਾਗਾਂ 'ਚ ਸੁੱਖ ਹੋਵੇ ਤੇ ਨੌਕਰ ਵੀ ਦੇ ਦੇਗਾ, ਨਹੀਂ ਹੋਏਗਾ ਤੇ ਸੰਤਾਨ ਵੀ ਨਹੀਂ ਦੇਗੀ। ਹੁਣ ਮੈਂ ਐਸੇ ਵੀ ਲੋਕ ਬਿਮਾਰ ਵੇਖੇ ਨੇ ਕਿ 3-3 ਆਦਮੀ ਨੌਕਰ ਖਲੋਤੇ ਨੇ। ਬਿਮਾਰ ਹੈ ਪਰ ਫਿਰ ਵੀ ਸੁੱਖ ਹੈਗਾ। ਪਰ ਇੱਥੇ ਤੰਦਰੁਸਤ ਬੰਦੇ ਐਸੇ ਵੇਖੇ ਨੇ ਕਿ ਕੋਈ ਪਾਣੀ ਪਿਆਉਣ ਵਾਲਾ ਨਹੀਂ, ਕੋਈ ਰੋਟੀ ਦੇਣ ਵਾਲਾ ਨਹੀਂ, ਕੋਈ ਚਾਹ ਪੁੱਛਣ ਵਾਲਾ ਨਹੀਂ। ਹਾਂਜੀ। ਸਿੰਘਾਸਣ ਕੀਜੇ ਅਬ ਲਾਖੇ, ਭਜੋ ਪ੍ਰਭੂ ਮਨ ਕੋ ਥਿਰ ਰਾਖੇ। ਇਸ ਕਰਕੇ ਪੁੱਤਰ ਮੰਦ ਭਾਗ ਮੋਕੋ ਲਖ ਲੀਜੈ, ਦਾਸੀ ਸਮ ਨਾ ਮੁਝੇ ਲਖੀਜੈ। ਪੁੱਤਰ ਮੇਰੇ ਕਰਮ ਜ਼ਰੂਰ ਮਾੜੇ ਨੇ ਪਰ ਮੈਂ ਦਾਸੀ ਨਹੀਂ ਆ, ਹਾਂ ਤੇ ਮੈਂ ਰਾਣੀ ਆ। ਜਨਮ ਕਰਕੇ ਰਾਣੀ ਆ, ਕਰਮਾਂ ਕਰਕੇ ਰਾਣੀ ਨਹੀਂ ਆ। ਸਿੰਘਾਸਣ ਕੀ ਜੇ ਅਬ ਲਾਖੇ, ਭਜੋ ਪ੍ਰਭੂ ਮਨ ਕੋ ਥਿਰ ਰਾਖੇ। ਜੇ ਪੁੱਤਰ ਤੂੰ ਰਾਜ ਭਾਗ ਚਾਹੁੰਦਾ ਤੇ ਆਪਣੇ ਮਨ ਨੂੰ ਸਥਿਰ ਕਰ ਤੇ ਭਗਤੀ ਕਰ। ਹੁਣ ਆਪਾਂ ਰੋਜ਼ ਗੁਰਦੁਆਰੇ ਆਉਂਦੇ ਆ, ਸਤਿਗੁਰੂ ਰੋਜ਼ ਕਹਿੰਦੇ ਨੇ ਤੈਂਡੇ ਸਿਮਰਨ ਹਬ ਕਿਛ ਲੱਦਮ, ਪਰ ਸਾਡੇ 'ਚ ਪਾਠ ਕਰਨ ਵਾਸਤੇ ਕੋਈ ਵੀ ਤਿਆਰ ਨਹੀਂ ਹੈਗਾ। ਅਸੀਂ ਪੈਸੇ ਦੇ ਕੇ ਪਾਠ ਕਰਾਉਣਾ ਠੀਕ ਸਮਝਦੇ ਹਾਂ, ਕਰਨਾ ਨਹੀਂ। ਜਦੋਂ ਕਿ ਸਤਿਗੁਰੂ ਦੇ ਘਰ ਵਿੱਚ ਜਦੋਂ ਵੀ ਆਓਗੇ ਤੁਹਾਨੂੰ ਇੱਕੋ ਹੀ ਗੱਲ ਬਾਰ-ਬਾਰ ਸਮਝ ਆਏਗੀ ਕਿ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ। ਹੁਣ ਮੱਥਾ ਗੁਰਦੁਆਰੇ ਟੇਕਦੇ ਆ, ਪਰ ਇਸ ਤੋਂ ਅੱਗੇ ਕੀ ਹੈ? ਕੁਛ ਵੀ ਨਹੀਂ। ਇੱਕ ਗੁਰਦੁਆਰੇ ਮੱਥਾ ਟੇਕਣ ਤੋਂ ਬਾਅਦ ਬੰਦੇ ਨੂੰ ਪੁੱਛੋ ਤੇਰਾ ਬਾਕੀ ਧਰਮ ਕਰਮ ਕੀ ਹੈ? ਬਾਕੀ ਧਰਮ ਕਰਮ ਇਹ ਹੈ ਕਿ ਇਹ ਸੁਆਹ ਦੀਆਂ ਪੁੜੀਆਂ ਵੀ ਲੈ ਕੇ ਆਉਂਦਾ ਹੈ, ਇਹ ਧਾਗੇ ਤਵੀਤ ਵੀ ਬੰਨ੍ਹਦਾ ਹੈ, ਇਹ ਮੜੀਆਂ ਮਸਾਣੀਆਂ ਤੇ ਮੱਥੇ ਵੀ ਟੇਕਦਾ ਹੈ, ਇਹ ਹੱਥ ਵੀ ਵਿਖਾਉਂਦਾ ਹੈ, ਇਹ ਜੋਤਿਸ਼ ਵਿਦਿਆ ਵਿੱਚ ਵੀ ਵਿਸ਼ਵਾਸ ਕਰਦਾ ਹੈ, ਲਾਟਰੀਆਂ ਵੀ ਪਾਉਂਦਾ ਹੈ। ਸੱਚ ਇਹ ਹੈ। ਤੇ ਪੁੱਛੋ ਵੀ ਗੁਰਦੁਆਰੇ ਮੱਥਾ ਟੇਕਣ ਦਾ ਅਰਥ ਕੀ ਰਹਿ ਗਿਆ? ਸੱਚ ਇਹ ਹੈ ਕਿ ਤੁਸੀਂ 2 ਡਾਕਟਰਾਂ ਦੀ ਦਵਾਈ ਖਾਓਗੇ ਤੇ ਬਚੋਗੇ ਨਹੀਂ। ਤੇ ਇੱਥੇ ਪਤਾ ਨਹੀਂ ਅਸੀਂ 15 ਕੁ ਪੀਰ ਫਕੀਰ ਰੱਖੇ ਹੋਏ ਨੇ,
ਕਰੋ ਜੋ ਮਰਜੀ। ਨਾਵਣ ਕੋ ਤੀਰਥ ਘਣੇ, ਰੋਜ਼ ਇੱਕ ਸ਼ਹਿਰਾ ਬਨੈਣ ਚੁੱਕ ਕੇ ਤੁਰੇ ਫਿਰਿਆ ਕਰੋ, ਕੀ ਫਰਕ ਪੈਂਦਾ ਹੈ। ਪੂਜਣ ਕੋ ਬਹੁ ਦੇਵ, ਪੂਜਾ ਕਰਨੀ ਤੇ 33 ਕਰੋੜ ਦੇਵੀ ਦੇਵਤੇ ਨੇ, ਜਿੰਨੀ ਮਰਜ਼ੀ ਕਰੀ ਜਾਓ, ਕੌਣ ਰੋਕਦਾ ਤੁਹਾਨੂੰ। ਰੋਜ਼ ਨਵਾਂ ਦੇਵਤਾ ਪੂਜਿਆ ਕਰੋ। ਪਰ ਕਹੋ ਕਬੀਰ ਛੂਟਣ ਨਹੀਂ, ਛੂਟਣ ਹਰ ਕੀ ਸੇਵ। ਛੁਟਕਾਰਾ ਨਹੀਂ ਜੇ ਹੋਣਾ। ਜਿੰਨਾ ਮਰਜ਼ੀ ਨਹਾ ਲਓ ਤੇ ਜਿੰਨੇ ਮਰਜ਼ੀ ਦੇਵੀਆਂ ਦੇਵਤੇ ਪੂਜ ਲਓ। ਜਿਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ। ਇਸ ਘਰ ਵਿੱਚ ਜਦੋਂ ਵੀ ਆਓਗੇ ਇਹੀ ਉਪਦੇਸ਼ ਮਿਲੇਗਾ। ਸੁਣਨਾ ਮੰਨਣਾ ਇਹ ਤੁਹਾਡੀ ਮਰਜ਼ੀ ਹੈ। ਨਾ ਤੰਤਰਕ ਵਿਦਿਆ ਵਿੱਚ ਪਵੋ, ਨਾ ਕਰਮ ਕਾਂਡਾਂ ਵਿੱਚ ਜਾਓ। ਕੋਈ ਤੁਹਾਡੀ ਤਕਦੀਰ ਨਹੀਂ ਬਦਲ ਸਕਦਾ। ਜੇ ਕਰ ਸਕਦੇ ਹੋ ਆਪਣੇ ਕਰਮ ਠੀਕ ਕਰੋ, ਆਪਣੇ ਕੰਮ ਠੀਕ ਕਰੋ। ਸਿੰਘਾਸਣ ਕੀ ਜੇ ਅਬਲਾਖੇ, ਭਜੋ ਪ੍ਰਭੂ ਮਨ ਕੋ ਥਿਰ ਰਾਖੇ। ਫਿਰ ਆਪਣਾ ਮਨ ਸਥਿਰ ਕਰੋ, ਪਰਮਾਤਮਾ ਦੀ ਭਗਤੀ ਕਰੋ। ਜੇ ਸਿੰਘਾਸਣ ਚਾਹੁੰਦੇ ਹੋ, ਰਾਜ ਭਾਗ ਚਾਹੁੰਦੇ ਹੋ, ਜੇ ਤੁਸੀਂ ਚਾਹੁੰਦੇ ਹੋ ਤੁਹਾਨੂੰ ਉੱਚੇ ਮਾਨ ਮਰਤਬੇ ਮਿਲਣ, ਭਗਤੀ ਤੋਂ ਬਿਨਾਂ ਦੂਜਾ ਕੋਈ ਰਸਤਾ ਨਹੀਂ ਹੈ। ਹਾਂਜੀ। ਜਾਸ ਚਰਨ ਕੀ ਸੇਵਨ ਕਰ ਕੈ, ਲਿਓ ਬ੍ਰਹਮ ਪਦ ਬਿਦ ਹਿਤ ਧਰ ਕੈ। ਜਿਹਦੇ ਚਰਨਾਂ ਦੀ ਸੇਵਾ ਕਰਕੇ ਲਿਓ ਬ੍ਰਹਮ ਪਦ ਬਿਦ ਹਿਤ ਧਰ ਕੇ। ਜਿਹਦੇ ਚਰਨਾਂ ਦੀ ਸੇਵਾ ਕੀਤਿਆਂ ਬ੍ਰਹਮ ਪਦਵੀ ਮਿਲਦੀ ਹੈ। ਦੁਨੀਆ ਦੇ ਤਖਤ ਤਾਂ ਕੁਛ ਵੀ ਨਹੀਂ। ਕਉ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਇਹ ਜਿਹੜੇ ਦੁਨੀਆ ਦੇ ਰਾਜੇ ਨੇ ਨਾ, ਇਹਨਾਂ ਦੇ ਜਿਹੜੇ ਸਿੰਘਾਸਣ ਨੇ ਇਹ ਝੂਠੇ ਨੇ। ਇਹ ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਇਹ ਸਭ ਕੁਝ ਝੂਠ ਹੈ। ਇਹਦੇ ਵਿੱਚ ਸੱਚ ਕੁਝ ਵੀ ਨਹੀਂ ਹੈ। ਹਾਂਜੀ। ਤੋਰ ਪਿਤਾਮਾ ਪਾ ਮਨ ਰਾਜੂ, ਕੀਨ ਅਨਕ ਮਖ ਪੂਰ ਸਮਾਜੂ। ਤੇਰੇ ਪਿਤਾਮੇ ਨੇ, ਤੇਰੇ ਦਾਦੇ ਨੇ ਪੁੱਤਰ। ਕੌਣ ਹੈ? ਜਿਹਦਾ ਨਾਂ ਛੰਭੂ ਮੁੰਨ ਹੈ। ਧਰੂ ਦੀ ਮਾਂ ਕਹਿੰਦੀ ਹੈ, ਸੁਨੀਤਾ ਕਹਿੰਦੀ ਹੈ, ਪੁੱਤਰ ਤੇਰੇ ਪਤਾਮੇ ਨੇ। ਪਿਤਾ ਤੇ ਪਿਤਾ ਨੂੰ ਪਤਾਮਾ ਕਹਿੰਦੇ ਨੇ। ਜੇ ਤੁਸੀਂ ਮਹਾਭਾਰਤ ਵੇਖੀ ਹੋਵੇ ਤੇ ਉੱਥੇ ਉਹਦੇ ਵਿੱਚ ਭੀਸ਼ਮ ਪਤਾਮਾ ਕਹਿੰਦੇ ਨੇ। ਪਤਾਮਾ ਤੋਂ ਭਾਵ ਸੀ ਦਾਦਾ, ਭੀਸ਼ਮ ਉਹਦਾ ਨਾਂ ਸੀਗਾ। ਤੋਰ ਪਤਾਮਾ ਭਾ ਮੁਨ ਰਾਜੂ, ਕੀਨ ਅਨਕ ਮਖ ਪੂਰ ਸਮਾਜੂ। ਪੁੱਤਰ ਉਸ ਨੇ ਬੜੇ ਜਗ ਕੀਤੇ, ਬੜੇ ਧਰਮ ਕਰਮ ਕੀਤੇ। ਹਾਂਜੀ। ਹਰ ਕੋ ਸਿਮਰਨ ਕਰ ਸੁਖ ਪਾਵਾ, ਪੁਨ ਬ੍ਰਹਮ ਪਦ ਮਹਿ ਅੰਤ ਸਮਾਵਾ। ਉਹ ਜਿਹੜਾ ਸ਼ੰਭੂ ਮੁੰਨ ਸੀ, ਉਹਨੇ ਕੇਵਲ ਰਾਜ ਨਹੀਂ ਪਾਇਆ, ਉਹਨੇ ਪਰਮ ਪਦ ਵੀ ਪਾਇਆ। ਇਹ ਤਾਂ ਅਮੂਮਨ ਇਹ ਹੁੰਦਾ ਹੈ ਕਿ ਤਪ ਕਰੋਗੇ ਤਾਂ ਰਾਜ ਮਿਲੇਗਾ, ਰਾਜ ਕਰੋਗੇ ਤੇ ਨਰਕ ਮਿਲੇਗਾ। ਕਿਉਂਕਿ ਰਾਜੇ ਜਿਹੜੇ ਹੁੰਦੇ ਨੇ ਉਹ ਹੰਕਾਰੀ ਹੋ ਜਾਂਦੇ ਨੇ। ਰਾਜੇ ਪਾਪ ਕਮਾਵਦੇ, ਉਲਟੀ ਵਾੜ ਖੇਤ ਕੋ ਖਾਈ। ਅੱਜ ਇੱਕ ਓਪੋਜੀਸ਼ਨ ਦੀ ਲੀਡਰ ਨੇ ਆਖਿਆ ਨਾ, ਉਹਨੇ ਪ੍ਰਧਾਨ ਮੰਤਰੀ ਨੂੰ ਪੁੱਛਿਆ ਵੀ ਤੁਸੀਂ ਆਪਣੇ ਮੁਲਕ ਵਿੱਚ ਹੀ ਜੰਗ ਯੁੱਧ ਬੰਨ ਕੇ ਬਹਿ ਗਏ ਹੋ, ਆਪਣੇ ਅੰਦਰ ਹੀ LOC ਬਣਨੀ ਸ਼ੁਰੂ ਹੋ ਗਈ ਹੈ।
ਬਾਰਡਰ ਬਣਾਉਣੇ ਸ਼ੁਰੂ ਕਰ ਦਿੱਤੇ ਨੇ। ਸ਼ਾਇਦ ਇੱਦਾਂ ਤੇ ਕਦੇ ਪਾਕਿਸਤਾਨ ਨਾਲ ਲੜੀਏ ਤੇ ਉੱਥੇ ਵੀ ਨਹੀਂ ਬਣਾਇਆ ਹੋਣਾ ਇਹਨਾਂ ਨੇ ਕਿ ਉਧਰੋਂ ਦੁਸ਼ਮਣ ਦੇ ਟੈਂਕ ਆਉਣਗੇ। ਇਹ ਆਪਣੇ ਨੇ, ਬਗਾਨੇ ਨਹੀਂ ਹੈਗੇ। ਰਾਜੇ ਦਾ ਜਿਹੜਾ ਧਰਮ ਹੈ ਉਹ ਪ੍ਰਜਾਪਤੀ ਹੈ, ਨਿਆਂ ਕਰਨਾ, ਪ੍ਰਜਾ ਦੀ ਪ੍ਰਤਪਾਲਨਾ ਕਰਨਾ, ਇਹ ਰਾਜੇ ਦਾ ਧਰਮ ਹੈ। ਹਰ ਕੋ ਸਿਮਰਨ ਕਰ ਸੁਖ ਪਾਵਾ, ਪੁੰਨ ਪ੍ਰਭ ਪਦ ਮੈਂ ਅੰਤ ਸਮਾਵਾ। ਪੁੱਤਰ ਤੇਰਾ ਦਾਦਾ ਜਿਹੜਾ ਸੀ ਨਾ, ਉਹ ਰੱਬ ਵਿੱਚ ਅਭੇਦ ਹੋਇਆ ਸੀ, ਸ਼ੰਭੂ ਮੁਨ। ਹਾਂਜੀ। ਤਾਂ ਤੇ ਹੀ ਸੁਤ ਮਨ ਕਰਮ ਬਚਨਾ, ਜਾਹੂ ਸ਼ਰਨ ਜਾ ਕੀ ਸਭ ਰਚਨਾ। ਇਸ ਕਰਕੇ ਮੇਰੇ ਪੁੱਤਰ ਮਨ ਕਰਕੇ, ਬਚਨ ਕਰਕੇ, ਕਰਮਾਂ ਕਰਕੇ ਉਹਦੀ ਸ਼ਰਨ ਚਲਾ ਜਾ ਜਿਹਦੀ ਇਹ ਰਚਨਾ ਹੈ। ਪਤਾ ਕਰੇ ਦੁਨੀਆ ਕਿਹਦੀ ਹੈ। ਹੁਣ ਅੱਜ ਕੋਈ ਕਵੇ, ਵੇਖੋ ਕੱਲ ਟਰੰਪ ਦੀ ਤੂਤੀ ਬੋਲਦੀ ਸੀ ਅਮਰੀਕਾ 'ਚ, ਪਤਾ ਹੈ ਤੁਹਾਨੂੰ? ਉਹ ਕਹਿੰਦਾ ਸੀ ਮੈਂ ਵਾਈਟ ਹਾਊਸ ਨਹੀਂ ਛੱਡਾਂਗਾ। ਹਾਲਾਤ ਇਹ ਬਣੇ ਕਿ ਆਪੇ ਹੀ ਛੱਡ ਗਿਆ। ਕਿਉਂ? ਕਿਉਂਕਿ ਆਪਣੇ ਛੱਡ ਗਏ। ਨਹੀਂ ਤਾਂ ਲੱਗਦਾ ਇਹ ਸੀਗਾ ਕਿ ਬਾਈਡਨ ਨੂੰ ਕੁਝ ਦਿਨ ਵੇਟ ਕਰਨੀ ਪਵੇਗੀ, ਸ਼ਾਇਦ ਉੱਥੇ ਸ਼ਕਤੀ ਪ੍ਰਦਰਸ਼ਨ ਹੋਏਗਾ, ਉੱਥੇ ਕੋਈ ਵੱਖਰਾ ਜਿਹਾ ਇਤਿਹਾਸ ਬਣੇਗਾ ਕਿ ਰਾਸ਼ਟਰਪਤੀ ਨੂੰ ਚੁੱਕ ਕੇ ਬਾਹਰ ਲਿਆਉਣਾ ਪਏਗਾ। ਆਉਣਾ ਤਾਂ ਸੀ ਉਹਨੇ ਬਾਹਰ, ਪਰ ਜਿੱਦਾਂ ਦਾ ਉਹਦਾ ਸੁਭਾਅ ਸੀ, ਉਹਦੀ ਵਰਕਿੰਗ ਸੀ, ਲੱਗਦਾ ਸੀ ਵੀ ਨਹੀਂ ਇਹ ਕੋਈ ਨਵਾਂ ਹੀ ਚੰਨ ਚੜ੍ਹ ਕੇ ਜਾਏਗਾ। ਪਰ ਚੁੱਪ ਕਰਕੇ ਚਲਾ ਗਿਆ। ਉਹਨੂੰ ਸਮਝ ਆ ਗਈ ਵੀ ਅੱਗੇ ਪਿੱਛੇ ਹੈ ਹੀ ਕੁਛ ਨਹੀਂ। ਜੇ ਰੱਬ ਦੀ ਭਗਤੀ ਕਰਨੀ ਹੈ ਤਾਂ ਇਹ ਪਤਾ ਕਰੋ ਇਹ ਰਚਨਾ ਕਿਹਦੀ ਹੈ, ਇਹ ਸੰਸਾਰ ਕਿਹਦਾ ਹੈ। ਇਹ ਕਿਸੇ ਟਰੰਪ ਦਾ ਸੰਸਾਰ ਨਹੀਂ ਹੈ। ਇੱਥੇ ਆਏ ਨੇ ਇਸ ਤੋਂ ਪਹਿਲਾਂ, ਔਰੰਗਜ਼ੇਬ ਨੂੰ ਵੀ ਭੁਲੇਖਾ ਸੀ, ਬਾਬਰ ਵਰਗਿਆਂ ਨੂੰ ਵੀ ਹੋਏਗਾ, ਇੱਥੇ ਹਿਟਲਰ ਵਰਗਿਆਂ ਨੂੰ ਵੀ ਪਿਆ, ਸਿਕੰਦਰ ਵਰਗਿਆਂ ਨੂੰ ਵੀ ਪੈ ਗਿਆ। ਵੇਖੋ ਭੁਲੇਖਾ ਪੈ ਜਾਣਾ ਕੋਈ ਵੱਡੀ ਗੱਲ ਨਹੀਂ ਹੈ, ਕਿਸੇ ਨੂੰ ਵੀ ਹੋ ਸਕਦਾ ਹੈ, ਮੈਨੂੰ ਵੀ ਹੋ ਸਕਦਾ ਹੈ, ਤੁਹਾਨੂੰ ਵੀ ਹੋ ਸਕਦਾ ਹੈ ਕਿ ਮੈਂ ਹੀ ਸਭ ਕੁਝ ਹਾਂ। ਪਰ ਸੱਚ ਇਹ ਹੈ ਇਹ ਸੰਸਾਰ ਸਾਡਾ ਨਹੀਂ ਹੈ। ਅਸੀਂ ਇਸ ਸੰਸਾਰ ਵਿੱਚ ਇੱਕ ਛੋਟਾ ਜਿਹਾ ਇੱਕ ਜੀਵਾਣੂ ਆ, ਬਿਲਕੁਲ ਨਿੱਕਾ ਜਿਹਾ, ਜਿਹਨੂੰ ਸ਼ਾਇਦ ਟੈਲੀਸਕੋਪ ਲੈ ਕੇ ਲੱਭਣਾ ਪਵੇ ਤਾਂ ਲੱਭੇਗਾ ਵੀ ਨਹੀਂ। ਜੇ 625 ਕਰੋੜ ਮਨੁੱਖ ਇਕੱਠੇ ਕਰਕੇ ਮੇਰੇ ਵਰਗੇ ਨੂੰ ਛੱਡ ਦਿੱਤਾ ਜਾਏ ਤੇ ਉਹ ਕਿਸੇ ਗਿਣਤੀ ਮਿਣਤੀ 'ਚ ਨਹੀਂ ਹੋਏਗਾ। ਐਵੇਂ ਆਪਾਂ ਭੁਲੇਖਾ ਪਾਲ ਕੇ ਬਹਿ ਜਾਈਏ ਤੇ ਆਪਣੀ ਮਰਜ਼ੀ ਹੈ। ਮਾਂ ਨੇ ਕਿਹਾ ਪੁੱਤਰ ਮਨ ਕਰਕੇ, ਬਚਨ ਕਰਕੇ, ਕਰਮਾ ਕਰਕੇ। ਅੱਜ ਨਾ ਹਰ ਬੰਦਾ ਕਹਿੰਦਾ ਮੈਂ ਪਾਠ ਕਰਾਇਆ ਜੀ, ਮੈਂ ਦਾਨ ਵੀ ਕੀਤਾ ਜੀ, ਮੇਰਾ ਦੁੱਖ ਨਹੀਂ ਮੁੱਕਿਆ ਜੀ। ਤਿੰਨ ਚੀਜ਼ਾਂ ਦਾ ਧਿਆਨ ਰੱਖੋ। ਪਾਠ ਤੁਸੀਂ ਕਰਨਾ ਹੈ ਬਚਨਾ ਕਰਕੇ, ਪਰ ਸਵਾਲ ਇਹ ਵੀ ਤੁਹਾਡੇ ਕਰਮ ਹੱਥ ਕੀ ਕਰਦੇ ਨੇ। ਕਿਤੇ ਐਸਾ ਤਾਂ ਨਹੀਂ ਕਿ ਮੁਖ ਮੈਂ ਰਾਮ ਰਾਮ ਬਗਲ ਮੈਂ ਛੁਰੀ। ਇਹਦਾ ਤੇ ਮੁਸਲਮਾਨ ਵੀ ਕਲਮਾ ਪੜ੍ਹ ਕੇ ਬੱਕਰਾ ਵੱਢ ਸੁੱਟਦੇ ਨੇ। ਮਤਲਬ ਵੇਖੋ ਹੱਦ ਹੈ। ਵੈਸੇ ਸਰੀਰ ਬੱਕਰੇ ਦਾ ਹੈ, ਜਾਨ ਉਹਦੀ ਗਈ ਹੈ, ਧੌਣ ਉਹਦੀ ਵੱਢੀ ਗਈ ਹੈ। ਉਹ ਮੇਰੇ ਵਰਗਾ ਚਾਰ ਕਲਮਾ ਪੜ੍ਹ ਕੇ ਕਹੀ ਜਾਂਦਾ ਜੀ ਮੀਟ ਮੇਰਾ ਹੋ ਗਿਆ। ਵੀ ਤੇਰਾ ਕਿੱਦਾਂ ਹੋ ਗਿਆ ਬਈ? ਤੇਰੇ ਚਾਰ ਕਲਮਾ ਪੜ੍ਹਨ ਦੇ ਨਾਲ, ਚਾਰ ਆਇਤਾਂ ਪੜ੍ਹਨ ਦੇ ਨਾਲ ਬੱਕਰਾ ਤੇਰਾ ਨਹੀਂ ਹੋ ਸਕਦਾ। ਆਪਾਂ ਭੁਲੇਖੇ 'ਚ ਪੈ ਗਏ ਹਾਂ। ਜੇ ਪਾਠ ਕਰਨਾ ਹੈ
ਤੇ ਤੁਹਾਨੂੰ ਆਪਣੇ ਕਰਮ ਵੀ ਠੀਕ ਕਰਨੇ ਪੈਣਗੇ। ਇਹ ਨਹੀਂ ਵੀ ਬਾਣੀ ਠੀਕ ਪੜੋ ਤੇ ਕੰਮ ਉਲਟੇ ਕਰੋ ਨਾ। ਇੱਥੇ ਇੱਕ ਨਾ ਅਖਬਾਰ ਵਾਲਾ ਹੁੰਦਾ ਸੀ ਸਾਡੇ, ਜਦੋਂ ਮੈਂ ਸ਼ੁਰੂ 'ਚ ਆਇਆ ਤਾਂ ਉਹਨੇ ਮੇਰੇ ਵਿਰੁੱਧ ਵੀ ਬਹੁਤ ਮਾੜਾ ਲਿਖਿਆ, ਤੇ ਤੁਸੀਂ ਹੈਰਾਨ ਹੋਵੋਗੇ ਉਹਦੀਆਂ ਅਖਬਾਰਾਂ ਪਤਾ ਕਿੰਨੀਆਂ ਛਪਦੀਆਂ ਸੀ, ਜਿੰਨੀਆਂ ਉਹ ਬਾਈ ਹੈਂਡ ਵੰਡਦਾ ਸੀ। ਮੈਂ ਥੱਲੇ ਗਿਆ, ਇਹ ਗੱਲ 1992 ਦੀ ਹੈ, ਇੱਥੇ ਬੰਗਲਾ ਸਾਹਿਬ ਥੱਲੇ ਬਾਥਰੂਮ ਗਿਆ, ਮੈਂ ਜਾ ਰਿਹਾ, ਮੈਂ ਉਹ ਮੈਨੂੰ ਪੈਰ ਧੋਂਦੇ ਥਾਂ ਤੇ ਮਿਲ ਗਿਆ। ਗਿਆਨੀ ਜੀ ਮੇਰੀ ਅਖਬਾਰ ਪੜ੍ਹ ਲਈ? ਮੈਂ ਕਿਹਾ ਨਹੀਂ। ਆ ਲਓ, ਕਹਿੰਦਾ। ਉਹਨੇ ਅਖਬਾਰ ਫੜਾਈ, ਮੈਂ ਕੱਛ 'ਚ ਦੇ ਦੀ। ਵਾਪਸ ਆਇਆ ਤੇ ਮੈਂ ਪੜ੍ਹਿਆ, ਮੇਰੇ ਵਿਰੁੱਧ ਹੀ ਲਿਖਿਆ ਉਹਨੇ। ਤੋ ਇਹੀ ਇੱਥੇ ਕੀ ਕਮਰਾ ਸੀ ਉਦੋਂ ਵੀ, ਤੋ ਅੱਜ ਵੀ ਮੈਂ ਬੈਠਦਾ ਉਹਦੇ ਸਾਹਮਣੇ ਇੱਕ ਸੰਦੂਕੜੀ ਜੀ ਪਈ ਹੁੰਦੀ ਹੈ, ਤੇ ਮੈਂ ਉਹਨੂੰ ਖੋਲ੍ਹਿਆ, ਉਹਦੇ ਵਿੱਚ ਅਖਬਾਰ ਰੱਖੀ, ਦੁਬਾਰਾ ਜਿੰਦਰਾ ਮਾਰਿਆ, ਚਾਬੀ ਜੇਬ 'ਚ ਪਾ ਲਈ। 5-7 ਦਿਨਾਂ ਬਾਅਦ ਫਿਰ ਮਿਲ ਗਿਆ, ਅਖਬਾਰ ਪੜ੍ਹ ਲਈ? ਮੈਂ ਕਿਹਾ ਪੜ੍ਹ ਲਈ। ਤੁਸੀਂ ਜਵਾਬ ਨਹੀਂ ਕੋਈ ਦਿੱਤਾ? ਮੈਂ ਕਿਹਾ ਨਹੀਂ ਦੇਣਾ? ਮੈਂ ਕਿਹਾ ਨਹੀਂ। ਤੁਸੀਂ ਯਕੀਨ ਕਰਨਾ, ਮੈਨੂੰ ਕਹਿੰਦਾ ਤੇਰੇ ਪੈਰ ਕਿੱਥੇ ਆ? ਮੈਂ ਕੀ ਕਰਨਾ? ਕਹਿੰਦਾ ਪੈਰੀਂ ਹੱਥ ਲਾਉਣਾ ਹੈ। ਕਹਿੰਦਾ ਮੈਂ ਤਾਂ ਸੋਚਿਆ ਸੀ ਵੀ ਮੈਂ ਤੇਰੇ ਵਿਰੁੱਧ ਲਿਖਾਂਗਾ, ਤੂੰ ਮੇਰੇ ਵਿਰੁੱਧ ਬੋਲੇਂਗਾ, ਮੈਂ ਅਗਲੀ ਅਖਬਾਰ 'ਚ ਫਿਰ ਤੇਰੇ ਵਿਰੁੱਧ ਲਿਖਾਂਗਾ, ਤੂੰ ਫਿਰ ਮੇਰੇ ਵਿਰੁੱਧ ਬੋਲੇਂਗਾ, ਮੈਂ ਉਸ ਅਗਲੀ ਅਖਬਾਰ 'ਚ ਫਿਰ ਤੇਰੇ ਵਿਰੁੱਧ ਲਿਖਾਂਗਾ। ਤੁਸੀਂ ਯਕੀਨ ਕਰਨਾ, ਮੈਨੂੰ ਪਤਾ ਸੀ ਕਿ ਜਾਂ ਤੇ ਮੈਂ ਲੋਕਾਂ ਨੂੰ ਦੱਸਾਂ ਵੀ ਇਹਨੇ ਮੇਰੇ ਵਿਰੁੱਧ ਲਿਖਿਆ, ਤੇ ਜਾਂ ਮੇਰੇ ਕਮਰੇ 'ਚ ਅਖਬਾਰ ਪਈ ਹਰ ਬੰਦਾ ਆ ਕੇ ਪੜ੍ਹੇਗਾ। ਮੈਂ ਅਖਬਾਰ ਹੀ ਲੁਕੋ ਲਈ। ਉਹ ਸੀਗਾ ਉੱਥੋਂ ਕਸ਼ਮੀਰ ਤੋਂ। ਜਿਹੜੀ ਅਗਲੀ ਮੈਂ ਗੱਲ ਕਹਿਣੀ ਚਾਹੁੰਦਾ, ਤੁਸੀਂ ਯਕੀਨ ਕਰਨਾ, ਇੱਦਾਂ ਹੀ ਉਹਨੇ ਜਦੋਂ ਮੈਨੂੰ ਮਿਲਣਾ ਨਾ, ਰਿਹਾ 15-20 ਸਾਲ ਸਾਡੇ ਨਾਲ ਬਰਾਬਰ ਹੋ, ਉਹਨੂੰ ਮੈਂ ਕਹਿੰਦਾ ਹੁੰਦਾ ਸੀ ਵੀ ਇਹ ਗੁਰੂ ਘਰ ਦਾ ਜ਼ਰੂਰੀ ਰਾਗੀ ਜਥਾ ਹੈ, ਇੱਕ ਹੁੰਦਾ ਹਜ਼ੂਰੀ ਰਾਗੀ ਜਥਾ। ਉਹ ਜ਼ਰੂਰੀ ਸੀ ਕਿ ਜੇ ਪ੍ਰਬੰਧਕ ਉਹਨੂੰ ਨਹੀਂ ਸੀ ਡਿਊਟੀ ਦਿੰਦੇ ਬੰਗਲਾ ਸਾਹਿਬ ਸੀਸਗੰਜ, ਤੇ ਉਹਨਾਂ ਦੀ ਅਖਬਾਰ 'ਚ ਬਦਨਾਮੀ ਕਰਨੀ ਸ਼ੁਰੂ ਕਰ ਦਿੰਦਾ ਸੀ। ਇਹਨੂੰ ਕਹਿੰਦੇ ਜੋਰੀ ਮੰਗੇ ਦਾਨ ਵੇ ਲਾ ਲਓ। ਰੋਜ਼ ਹੀ ਦੁਪਹਿਰੇ ਉਹਦੀ ਡਿਊਟੀ ਹੁੰਦੀ ਸੀ, ਕਦੇ ਇੱਥੇ ਕਦੇ ਸੀਸਗੰਜ। ਤੇ ਉਹਨੇ ਜਦੋਂ ਮੈਨੂੰ ਮਿਲਣਾ, ਉਦੋਂ ਇੱਕ ਕਸ਼ਮੀਰੀ ਪੰਡਤ ਸੀ ਉਹ, ਉਹਨੇ ਨਾ ਇਹਦਾ ਹੱਥ ਕਰਨਾ, ਦਾਨ ਦਿਓ ਹੀ ਨਹੀਂ ਕੋ ਭਲੋ, ਦਾਨ ਦਿਓ ਹੀ ਨਹੀਂ ਕੋ ਭਲੋ। ਤੇ ਮੈਂ ਉਹਨੂੰ ਕਹਿੰਦਾ ਹੁੰਦਾ ਸੀ ਵੀ ਤੇਰੀ ਬਾਣੀ ਠੀਕ ਹੈ, ਕਿਰਿਆ ਗਲਤ ਹੈ। ਮੈਂ ਕਿਹਾ ਬਾਣੀ ਠੀਕ ਪੜ੍ਹਦਾ ਤੂੰ, ਵੀ ਬਾਣੀ ਤੇ ਲਿਖਿਆ ਮਹਾਰਾਜ ਦੀ ਬਾਣੀ 'ਚ ਦਾਨ ਦਿਓ ਹੀ ਨਹੀਂ ਕੋ ਭਲੋ, ਪਰ ਮੈਂ ਕਿਹਾ ਤੂੰ ਹੱਥ ਆਪਣੇ ਵੱਲ ਨੂੰ ਕਰਦਾ ਨਾ, ਇਹ ਗਲਤ ਹੈ, ਕਿਰਿਆ ਤੇਰੀ ਗਲਤ ਹੈ, ਤੇਰੀ ਕਿਰਿਆ ਠੀਕ ਨਹੀਂ ਹੈ। ਭਾਈ ਗੁਰਸਿੱਖੋ, ਪਹਿਲਾਂ ਤਾਂ ਆਪਣੀ ਬਾਣੀ ਠੀਕ ਕਰੀਏ, ਬਾਣੀ ਗੁਰੂ ਦੀ ਬਾਣੀ ਪੜ੍ਹੀਏ। ਤੁਸੀਂ ਬਹੁਤੇ ਘਰਾਂ 'ਚ ਜਾਓਗੇ ਤੇ ਉਹਨਾਂ ਦੇ ਘਰਾਂ ਦੇ ਵਿੱਚ ਕੈਸਟਾਂ ਵੀ ਜਿਹੜੀਆਂ ਲੱਗੀਆਂ ਹੁੰਦੀਆਂ ਨੇ ਨਾ, ਉਹਦੇ ਵਿੱਚ ਗੀਤ ਲੱਗੇ ਹੁੰਦੇ ਨੇ, ਉਹਨਾਂ ਨੂੰ ਧਾਰਮਿਕ ਗੀਤ ਕਹਿੰਦੇ ਨੇ, ਉਹਨਾਂ ਨੂੰ ਕੀਰਤਨ ਨਹੀਂ ਕਹਿੰਦੇ। ਹੁਣ ਜਿਵੇਂ ਪਿਛਲੀਆਂ ਸੰਗਤਾਂ ਤਾਰੀਆਂ, ਉਵੇਂ ਕਿਵੇਂ ਤਾਰੋ ਬਾਬਾ ਜੀ, ਹੁਣ ਇਹ ਕੀਰਤਨ ਥੋੜ੍ਹਾ ਹੈ, ਇਹ ਕਵਿਤਾਵਾਂ ਨੇ। ਪੜ੍ਹੋ ਜਿੰਨੀਆਂ ਮਰਜ਼ੀ ਪੜ੍ਹੀ ਜਾਓ। ਪਹਿਲਾਂ ਤੇ ਬਾਣੀ ਠੀਕ ਕਰੋ, ਗਾਵੋ, ਕਰੋ ਕਿਰਪਾ, ਗਾਵੋ ਸੱਚੀ ਬਾਣੀ, ਕਵਿਤਾਵਾਂ ਨਾ ਪੜ੍ਹੋ। ਫਿਰ ਕਰਮ ਠੀਕ ਕਰੋ, ਫਿਰ ਕਰਮ ਦੇ ਨਾਲ ਨਾਲ ਆਪਣਾ ਮਨ ਵੀ ਠੀਕ ਕਰੋ। ਸਾਡੇ 'ਚ 100 ਚੋਂ 99 ਐਸੇ ਨੇ, ਮਸ਼ਕੀਨ ਸਾਹਿਬ ਕਹਿੰਦੇ ਹੁੰਦੇ ਸੀ, ਕਹਿੰਦੇ ਜੇ ਬੰਦਾ ਸ਼ਰੀਫ ਹੈ ਤੇ ਸਮਝ ਲਓ ਵੀ ਇਹਨੂੰ ਮੌਕਾ ਨਹੀਂ ਮਿਲਿਆ। ਮਨ 'ਚ ਤੇ ਅਸੀਂ ਵੀ ਚਾਹੁੰਦੇ ਹਾਂ ਕਿ ਮਨ ਵਿੱਚ ਵੀ ਕੋਈ ਮਾੜਾ ਖਿਆਲ ਨਹੀਂ ਆਉਂਦਾ, ਕਿ ਮਨ ਵਿੱਚ ਵੀ ਕਿਸੇ ਦਾ ਬੁਰਾ ਨਹੀਂ ਸੋਚਦੇ ਆਪਾਂ। ਮਨ ਤੇ ਕਈ ਵਾਰੀ ਨੌਕਰ ਦਾ ਵੀ ਕਰਦਾ, ਵੀ ਦਿਲ ਤੇ ਕਰਦਾ ਮਾਲਕ ਦਾ ਗਾਲੀ ਘੁੱਟਦੇ ਆ। ਮਨ ਵਿੱਚ ਵੀ ਪਾਪ ਨਹੀਂ ਹੋਣਾ ਚਾਹੀਦਾ, ਤੁਹਾਡੇ ਕਰਮਾਂ ਵਿੱਚ ਵੀ ਪਾਪ ਨਹੀਂ ਹੋਣਾ ਚਾਹੀਦਾ, ਤੁਹਾਡੇ ਬਚਨਾਂ ਵਿੱਚ ਵੀ ਪਾਪ ਨਹੀਂ ਹੋਣਾ ਚਾਹੀਦਾ, ਤਾਂ ਭਗਤੀ ਪ੍ਰਵਾਨ ਚੜ੍ਹਦੀ ਹੈ।
ਇਦਾਂ ਨਹੀਂ ਹੁੰਦਾ ਕਿ ਸੋਚੇ ਸੋਚਣਾ ਹੋਵੇ, ਵੇ ਕੱਟਾ ਬੰਨ ਲਓ, ਵੇ ਆ ਵੇਖੋ, ਵੇ ਮੱਝ ਚੁੰਗ ਜੂਗਾ, ਵੇ ਇਦਾਂ ਨਹੀਂ ਜਪਜੀ ਪੜ੍ਹਨਾ। ਵੀ ਇੱਕ ਪੰਕਤੀ ਇਧਰੋਂ ਪੜ੍ਹ ਲਈ, 4 ਹਦਾਇਤਾਂ ਦੇ ਦਿੱਤੀਆਂ, 2 ਪੰਕਤੀਆਂ ਇਧਰੋਂ ਪੜ੍ਹ ਲਈਆਂ, 4 ਕਿਸੇ ਨੂੰ ਗੱਲਾਂ ਕਹਿ ਦਿੱਤੀਆਂ ਨਾ। ਮਨ ਕਰਕੇ, ਬਚਨ ਕਰਕੇ, ਕਰਮ ਕਰਕੇ। ਪੁੱਤਰ ਜਦੋਂ ਭਗਤੀ ਕਰੇਗਾ ਤੇ ਭਗਤੀ ਕਿਹਦੀ ਕਰਨੀ ਹੈ? ਜਿਹਦੀ ਰਚਨਾ ਹੈ। ਇਹ ਪਤਾ ਕਰਨਾ ਵੀ ਚੰਦਰਮਾ ਕਿਹਦਾ ਹੈ, ਸੂਰਜ ਕਿਹਦਾ ਹੈ। ਇਹ ਨਹੀਂ ਵੀ ਆ ਮੰਦਿਰ ਕਿਹਦਾ ਹੈ, ਆ ਗੁਰਦੁਆਰਾ ਕਿਹਦਾ ਹੈ, ਆ ਮਸਜਿਦ ਕਿਹਦੀ ਹੈ। ਨਹੀਂ, ਸਵਾਲੇ ਰਚਨਾ ਕਿਹਦੀ ਹੈ। ਅੱਜ ਤੇ ਬੰਦਿਆਂ ਦੇ ਨਾਂ ਤੇ ਅਸੀਂ ਗੁਰਦੁਆਰੇ ਬਣਾਉਣੇ ਸ਼ੁਰੂ ਕਰ ਦਿੱਤੇ ਨੇ। ਗੁਰਦੁਆਰੇ ਗੁਰੂਆਂ ਦੇ ਹੁੰਦੇ ਨੇ। ਤੇ ਗੁਰੂ ਕੌਣ ਨੇ? ਜਿਹੜੇ ਪਰਮੇਸ਼ਰ ਦਾ ਸਰਗੁਣ ਰੂਪ ਨੇ। ਗੁਰੂ ਹੋਈ ਉਹ ਨੇ ਜਿਹੜੇ ਰੱਬ ਵਰਗੇ ਨੇ। ਇਸੇ ਕਰਕੇ ਕਿਸੇ ਗੁਰਦੁਆਰੇ ਜਾਓਗੇ ਤੁਹਾਨੂੰ ਬਿਲਕੁਲ ਰੱਬ ਵਾਲੀ ਮਰਿਆਦਾ ਮਿਲੇਗੀ। ਰੱਬ ਦੇ ਘਰ ਵਿੱਚ ਸਭ ਦੇ ਹੱਕ ਬਰਾਬਰ ਨੇ, ਕਿਸੇ ਦੀ ਰਿਜ਼ਰਵੇਸ਼ਨ ਨਹੀਂ ਹੈ। ਹਾਂਜੀ। ਖੋਜਤ ਮਨ ਜਨ ਜੋਗੀ ਜਾਸੂ, ਸਿਮਰੋ ਤਹਿ ਪੈ ਹੋ ਫਲ ਆਸੂ। ਪੁੱਤਰ ਜਿਹਨੂੰ ਜੋਗੀ ਸਿਮਰਦੇ ਨੇ, ਜਿਹਨੂੰ ਮੁਨੀ ਸਿਮਰਦੇ ਨੇ, ਜਾਂ ਪੁੱਤਰ ਉਹਨੂੰ ਖੋਜ, ਉਹਨੂੰ ਲੱਭ। ਉਹਦੇ ਕੋਲੋਂ ਤੈਨੂੰ ਇਹ ਫਲ ਪ੍ਰਾਪਤ ਹੋਵੇਗਾ ਜੇ ਤੂੰ ਪਾਤਸ਼ਾਹੀ ਚਾਹੁੰਦਾ ਹੈ ਤਾਂ। ਜੇ ਤੂੰ ਚਾਹੁੰਦਾ ਹੈ ਕਿ ਮੈਨੂੰ ਵੀ ਸਿੰਘਾਸਨ ਪ੍ਰਾਪਤ ਹੋਵੇ। ਹਾਂਜੀ। ਸੁਣਿਓ ਮਾਤ ਉਪਦੇਸ਼ ਵਿਸਾਲਾ, ਹਿਰਦੈ ਧੀਰ ਤਰੀ ਤਹਿ ਕਾਲਾ। ਬੱਚੇ ਨੇ, ਭਗਤ ਧਰੂ ਨੇ ਮਾਂ ਦੀਆਂ ਸਿੱਖਿਆਵਾਂ ਸੁਣੀਆਂ, ਫੈਸਲਾ ਕਰ ਲਿਆ, ਮਾਂ ਮੈਂ ਮੰਗਾਂਗਾ ਨਹੀਂ ਕਿਸੇ ਕੋਲੋਂ, ਮੈਂ ਭਗਤੀ ਕਰਾਂਗਾ। ਭਗਤੀ ਕਰਨ ਵਾਲੇ ਨੂੰ ਰੱਬ ਦਿੰਦਾ ਹੈ, ਤੇ ਜਿਹੜਾ ਭਗਤੀ ਨਾ ਕਰੇ ਉਹ ਥਾਂ ਥਾਂ ਤੇ ਮੰਗਦਾ ਫਿਰਦਾ ਹੈ। ਇਹ ਵੀ ਚੇਤਾ ਰੱਖਣਾ। ਭਾਈ ਗੁਰਦਾਸ ਜੀ ਨੇ ਬੜਾ ਸਮਝਾਇਆ ਹੈ ਸਾਨੂੰ। ਉਹ ਕਹਿੰਦੇ ਦਾਤਾ ਉਹ ਨਾ ਮੰਗੀ ਹੈ, ਫਿਰ ਮੰਗਣ ਜਾਈਏ। ਹੋਸ਼ਾ ਸ਼ਾਹ ਨਾ ਕੀ ਚਾਈ, ਫਿਰ ਪਛੋਤਾਈਏ। ਨਾ ਇਹਨਾਂ ਲੋਕਾਂ ਮੰਗਤਿਆਂ ਕੋਲ ਨਾ ਮੰਗਣ ਜਾਓ, ਕਿਉਂਕਿ ਜਗਤ ਭਿਖਾਰੀ ਫਿਰਤ ਹੈ। ਸਾਰਾ ਸੰਸਾਰ ਹੀ ਮੰਗਤਾ ਹੈ। ਮੰਗਤਿਆਂ ਕੋਲੋਂ ਆਪਾਂ ਕੀ ਮੰਗਾਂਗੇ ਭਾਈ। ਹਾਂਜੀ। ਤੂਰਨ ਤ੍ਰਿਨ ਸਮਪੁਰ ਕੋ ਤਿਆਗੀ, ਮਦ ਬਨ ਕੋ ਗਮਣਿਓ ਵੱਡ ਭਾਗੀ। ਬਸ ਇਹਨੇ ਗੱਲ, ਇਹਨੇ ਬਚਨ ਕਰਕੇ ਮਾਂ ਨਾਲ ਮਨ ਵਿੱਚ ਫੈਸਲਾ ਕਰ ਲਿਆ। ਫੈਸਲਾ ਕਰ ਲਿਆ ਤੇ ਨਗਰ ਛੱਡ ਦਿੱਤਾ। ਰਾਜੇ ਦੀ ਨਗਰੀ ਨੂੰ ਛੱਡ ਦਿੱਤਾ। ਰਾਜੇ ਦੀ ਨਗਰੀ ਨੂੰ ਛੱਡ ਕੇ ਤੁਰ ਪਿਆ। ਵੇਖੋ ਸਮਾਂ ਨਹੀਂ ਲੱਗਦਾ, ਫੈਸਲਾ ਕਰਨ ਤੇ ਕਦੇ ਸਮਾਂ ਨਹੀਂ ਲੱਗਦਾ। ਜੇ ਤੁਸੀਂ ਕਹੋ ਨਾ ਵੀ ਫੈਸਲੇ ਤੇ ਟਾਈਮ ਲੱਗਦਾ ਹੈ, ਨਾ, ਜਿੰਨਾ ਟਾਈਮ ਲੱਗਦਾ ਸੋਚਣ ਤੇ ਲੱਗਦਾ ਹੈ। ਤੇ ਕਈਆਂ ਦੀ ਸੋਚਦੇ ਆ ਸਾਰੀ ਉਮਰ ਹੀ ਲੰਘ ਜਾਂਦੀ ਹੈ। ਫੈਸਲਾ ਜਦੋਂ ਵੀ ਕਰੋਗੇ ਨਾ ਤੁਸੀਂ, ਫੈਸਲਾ ਵਿਦਨ ਸੈਕਿੰਡ ਹੋਏਗਾ। ਹੁਣ ਤੁਸੀਂ ਵੇਖ ਲਓ, ਜੱਜ 10 15 20 ਸਾਲ ਵੀ ਕੇਸ ਚਲਾਉਂਦਾ ਰਹਿੰਦਾ ਹੈ, ਪਰ ਜਦੋਂ ਫੈਸਲਾ ਦਿੰਦਾ ਹੈ ਬੜੇ ਥੋੜੇ ਜਿਹੇ ਸ਼ਬਦ ਹੁੰਦੇ ਨੇ ਕਿ ਇਸ ਵਿਅਕਤੀ ਨੂੰ ਸਜ਼ਾਏ ਮੌਤ ਦਿੱਤੀ ਜਾਂਦੀ ਹੈ। ਬਸ ਕਿੰਨੇ ਸੈਕਿੰਡ ਲੱਗੇ, 1 ਮਿੰਟ ਵੀ ਪੂਰਾ ਨਹੀਂ ਹੋਏਗਾ। ਹਾਂ, ਕਿਉਂ ਦਿੱਤੀ ਜਾਂਦੀ ਹੈ ਉਹਦੀ ਬੜੀ ਲੰਬੀ ਚੌੜੀ ਕਿਤਾਬ ਹੋਏਗੀ। ਉਹਦੇ 'ਚ ਬੜੇ ਸਾਰੇ ਗਵਾਹ ਹੋਣਗੇ, ਬੜੇ ਸਾਰੇ ਉਹਦੇ ਵਿੱਚ ਸਬੂਤ ਹੋਣਗੇ। ਇਸ ਬੱਚੇ ਨੇ ਫੈਸਲਾ ਕਰ ਲਿਆ, ਆਪਣੇ ਪਿਤਾ ਰਾਜੇ ਦੀ ਨਗਰੀ ਨੂੰ ਛੱਡ ਦਿੱਤਾ। ਹਾਂਜੀ।
ਨਾਰਦ ਸੁਨ ਕਰ ਸਭ ਬਿਰਤੰਤਾ ਮਿਲਿਓ ਆਣ ਮਗ ਮਾਹੇ ਤੁਰੰਤਾ। ਇਸ ਬੱਚੇ ਨੂੰ ਰਸਤੇ ਵਿੱਚ ਆ ਕੇ ਨਾਰਦ ਮੁਨੀ ਜੀ ਮਿਲੇ। ਤੁਸੀਂ ਜਦੋਂ ਸਨਾਤਨ ਮਤ ਦਾ ਧਰਮ ਪੜ੍ਹੋਗੇ ਨਾ, ਇਤਿਹਾਸ ਪੜ੍ਹੋਗੇ, ਉਹਦੇ ਵਿੱਚ ਇੱਕ ਬਹੁਤ ਵੱਡਾ ਇੱਕ ਪਾਤਰ ਹੈ ਜਿਨ੍ਹਾਂ ਦਾ ਨਾਮ ਨਾਰਦ ਮੁਨੀ ਹੈ। ਇਹ ਅਕਸਰ ਹਰ ਸਮੇਂ ਇਹ ਆ ਕੇ ਆਪਣਾ ਇੱਕ ਰੋਲ ਅਦਾ ਕਰਦਾ ਹੈ। ਇਸ ਬੱਚੇ ਨੂੰ ਵੀ ਆ ਕੇ ਨਾਰਦ ਮੁਨੀ ਜੀ ਮਿਲੇ ਨੇ। ਹਾਂਜੀ। ਧਰੁਵ ਮਨ ਕੀ ਲਖ ਕਰ ਰਿਖ ਰਾਈ ਸਿਰ ਪਰ ਕਰ ਪਰਸਿਓ ਹਿਤ ਲਾਈ। ਨਾਰਦ ਮੁਨੀ ਜੀ ਆਏ, ਉਹਨਾਂ ਨੇ ਆ ਕੇ ਇਸ ਛੋਟੇ ਜਿਹੇ ਬੱਚੇ ਨੂੰ, 5 ਸਾਲ ਦੇ ਬੱਚੇ ਨੂੰ ਸਿਰ ਤੇ ਪਿਆਰ ਦਿੱਤਾ, ਬੱਚੇ ਦਾ ਸਿਰ ਪਲੋਸਿਆ। ਹੁਣ 5 ਸਾਲ ਦਾ ਭਾਵ ਹੈ ਵੀ ਆਪਣੇ ਘਰ ਦੇ ਬੱਚੇ ਨੂੰ ਵੇਖਣਾ, ਇਹ ਨਾ ਸੋਚਣਾ ਵੀ ਉਹ ਪੁਰਾਣੇ ਸਮੇਂ ਦੀ ਗੱਲ ਹੈ ਜੀ, ਉਹ ਐਡਾ ਐਡਾ ਵੱਡਾ ਹੋਏਗਾ ਜੀ। ਬੱਚਾ ਓਡਾ ਕੀ ਹੋਏਗਾ ਜਿੱਡਾ ਕਿ ਬੱਚਾ ਅੱਜ 5 ਸਾਲ ਦਾ ਹੁੰਦਾ ਹੈ। 5 ਸਾਲ ਦਾ ਬੱਚਾ ਪਹਿਲੀ ਕਲਾਸ ਵਿੱਚ ਜਾਂਦਾ ਹੈ। ਇਸ ਬੱਚੇ ਦੇ ਸਿਰ ਤੇ ਆ ਕੇ ਨਾਰਦ ਮੁਨੀ ਜੀ ਨੇ ਪਿਆਰ ਕੀਤਾ, ਸਿਰ ਪਲੋਸਿਆ। ਹਾਂਜੀ। ਬਾਲ ਆਰ ਬਲ ਮ੍ਰਿਦਲ ਬਿਸਾਲਾ ਸੁਣ ਬੇਮਾਤ ਬਚ ਪਾ ਉਰਸਾਲਾ। ਛੋਟਾ ਜਿਹਾ ਬੱਚਾ, ਕੋਮਲ ਜਿਹਾ ਬੱਚਾ, ਮਤਰੇਈ ਮਾਂ ਦੇ ਬੋਲ ਸੁਣ ਕੇ ਮਨ ਵਿੱਚ ਰੋਸ ਲੈ ਕੇ ਆ ਗਿਆ ਕਿ ਮਤਰੇਈ ਮਾਂ ਨੇ ਮੈਨੂੰ ਇਸ ਤਰ੍ਹਾਂ ਬੋਲ ਦਿੱਤਾ ਹੈ। ਹਾਂਜੀ। ਬਿਗਸਤ ਬਾਨੀ ਬਦਨ ਬਖਾਨੀ ਸਿਸ ਤਬ ਬਹਿ ਨਹਿ ਮਾਨ ਅਮਾਨੀ। ਆ ਕੇ ਨਾਰਦ ਮੁਨੀ ਨੇ ਕਿਹਾ, ਕਹਿੰਦਾ ਓਏ ਕਾਕਾ, ਆ ਜਿਹੜੀ ਤੇਰੀ ਉਮਰ ਹੈ ਬੱਚਿਆਂ ਵਾਲੀ, ਇਹ ਮਾਣ ਅਪਮਾਨ ਨੂੰ ਮੰਨਣ ਵਾਲੀ ਉਮਰ ਹੈ। ਕਹਿੰਦੇ ਪਤਾ ਬੱਚੇ ਦੇ ਮਨ, ਜਿਹੜਾ ਬੱਚੇ ਦਾ ਰੋਸ ਹੁੰਦਾ ਹੈ ਕਿਵੇਂ ਹੁੰਦਾ ਹੈ? ਕਹਿੰਦੇ ਜਿਵੇਂ ਪਾਣੀ ਵਿੱਚ ਲੀਕ ਹੁੰਦੀ ਹੈ। ਪਾਣੀ ਵਿੱਚ ਲੀਕ ਮਾਰੋ, ਜਿੰਨਾ ਚਿਰ ਮਾਰਦੇ ਰਹੋਗੇ ਉਹ ਦਿਸਦੀ ਰਹੇਗੀ, ਪਿੱਛੋਂ ਮੁੱਕਦੀ ਜਾਏਗੀ। ਤੁਸੀਂ ਬੱਚੇ ਨੂੰ ਲੱਖ ਚੀਜ਼ਾਂ ਖਾਣ ਵਾਲੀਆਂ ਲੈ ਦਿਓ, ਲੱਖ ਖੇਡਣ ਵਾਲੀਆਂ ਲੈ ਦਿਓ, ਜਦੋਂ ਉਹਨੂੰ ਕੋਈ ਦੂਜਾ ਟੱਕਰ ਗਿਆ, ਉਹਨੇ ਉਹਦੀ ਕੁੱਛੜ ਚੜ ਜਾਣਾ, ਉਸ ਤੁਹਾਡਾ ਲਿਫਾਫਾ ਤੁਹਾਡੇ ਕੋਲ ਹੀ ਰਹਿ ਜਾਣਾ ਹੈ। ਬੱਚਾ ਉਹਨੂੰ ਕਹਿੰਦੇ ਨੇ। ਤੁਸੀਂ ਉਹਨੂੰ ਕੀ ਖਵਾਇਆ? ਹੁਣ ਆਪਾਂ ਬੱਚੇ ਪਾਲੇ ਨੇ, ਆਪਾਂ ਵੇਹਨੇ ਆ, ਇੱਕ ਮਾਂ ਹੀ ਹੈ, ਉਹਨੇ ਨਵਾਇਆ ਵੀ ਹੈ, ਉਹ ਚੂਰੀ ਕੁੱਟ ਕੇ ਬੈਠੀ ਹੈ, ਉਹ ਰੋਟੀ ਖਵਾ ਰਹੀ ਹੈ, 2 ਘੰਟੇ ਹੋ ਗਏ ਨੇ, ਉਧਰੋਂ ਚਾਚਾ ਆ ਗਿਆ, ਕਹਿੰਦਾ ਚੱਲਣਾ ਹੀ। ਉਹਨੇ ਨਹੀਂ ਵੇਖਣਾ ਮੁੜ ਕੇ ਮਾਂ ਕਿੱਥੇ ਹੈ, ਉਹਨੇ ਕਹਿੰਦਾ ਚੱਲ। ਉਹ ਕਹਿੰਦੀ ਰਹਿੰਦੀ ਹੈ, ਉਹ ਖਲੋ ਜਾਓ ਨਾ, ਤੁਸੀਂ ਇਹਨੂੰ ਕੁਝ ਖਾ ਲੈਣ ਦਿਓ। ਕਹਿੰਦਾ ਕੋਈ ਨਹੀਂ ਗਾ, ਇਹਨੂੰ ਹੋਰ ਲੈ ਦਿਆਂਗੇ ਅਸੀਂ। ਉਹਨੂੰ ਵੀ ਪਤਾ ਹੈ ਕਿ ਜਿਹੜਾ ਮੈਨੂੰ ਲੈ ਕੇ ਜਾ ਰਿਹਾ ਹੈ, ਮੈਨੂੰ ਰਾਹ 'ਚ ਖਾਣ ਨੂੰ ਵੀ ਦੇਵੇਗਾ ਕੁਛ ਨਾ ਕੁਛ। ਇਹ 2 ਚੀਜ਼ਾਂ ਬੱਚੇ ਦੇ ਜੀਵਨ ਵਿੱਚ ਨਹੀਂ ਹੁੰਦੀਆਂ। ਤਾਂ ਹੀ ਹਮੇਸ਼ਾ ਆਖਿਆ ਜਾਂਦਾ ਹੈ ਬੱਚੇ ਕੋਮਲ ਹੁੰਦੇ ਨੇ, ਬੱਚੇ ਫੁੱਲਾਂ ਵਰਗੇ ਹੁੰਦੇ ਨੇ, ਬੱਚੇ ਤਾਂ ਦੇਵਤੇ ਦਾ ਰੂਪ ਹੁੰਦੇ ਨੇ। ਕਿਉਂਕਿ ਬੱਚੇ ਨੂੰ ਤੁਸੀਂ ਝਿੜਕ ਵੀ ਦਿਓਗੇ, ਬੜੀ ਛੋਟੀ ਜੀ ਝਿੜਕ ਹੋਏਗੀ। ਤੁਸੀਂ ਬੱਚੇ ਨੂੰ 2 ਚਪੇੜਾਂ ਵੀ ਮਾਰ ਦਿਓ, ਜੋ ਮਰਜ਼ੀ ਕਰ ਦਿਓ, 5 ਮਿੰਟਾਂ ਬਾਅਦ ਵੇਖ ਲਿਓ, ਉਹ ਫਿਰ ਤੁਹਾਡੇ ਨਾਲ ਖੇਡ ਰਿਹਾ ਹੋਏਗਾ। ਨਾਰਦ ਮੁਨੀ ਨੇ ਕਿਹਾ, ਕਹਿੰਦਾ ਓਏ ਕਾਕਾ, ਬਿਗਸਤ ਬਾਨੀ ਬਦਨ ਬਖਾਨੀ ਸਿਸ ਤਬ ਬੈ ਨੇ ਮਾਣ ਅਮਾਨੀ। ਉਹ ਪੁੱਤਰਾ, ਤੇਰੀ ਉਮਰ ਹੀ ਨਹੀਂ ਕਿ ਤੂੰ ਗੁੱਸਾ ਕਰੇ, ਨਾ ਤੇਰੀ ਉਮਰ ਹੈ ਕਿ ਤੂੰ ਕੇਵਲ ਖੁਸ਼ ਹੋ ਕੇ ਇੱਕ ਆਦਮੀ ਦੇ ਮਗਰ ਤੁਰ ਪਵੇਂ। ਤੂੰ ਇਸ ਉਮਰ ਦੇ ਵਿੱਚ ਨਹੀਂ ਹੈ, ਬਹੁਤ ਛੋਟਾ ਹੈ ਤੂੰ। ਹਾਂਜੀ। ਖਾਣ ਪਾਣ ਖੇਲਣ ਰਸ ਰੀਤਾ
ਇਨੈ ਚਾਹੇ ਤੂੰ ਕਿਉ ਵਿਪਰੀਤਾ। ਖਾਣਾ ਪੀਣਾ ਤੇ ਖੇਡਣਾ ਇਹ ਤੇਰੀ ਉਮਰ ਹੈ, ਤੇ ਤੂੰ ਇਹਦੇ ਤੋਂ ਉਲਟ ਤੁਰ ਪਿਆ, ਜੰਗਲ ਵੱਲ ਤੁਰ ਪਿਆ। ਉੱਥੇ ਤੈਨੂੰ ਕੌਣ ਖਾਣ ਪੀਣ ਲਈ ਦੇਗਾ? ਕਿਹਦੇ ਨਾਲ ਖੇਡੇਗਾ? ਕਿ ਤੈਨੂੰ ਜੰਗਲ 'ਚ ਬੱਚੇ ਮਿਲ ਜਾਣਗੇ ਖੇਡਣ ਵਾਸਤੇ? ਖੇਡਣ ਵਾਸਤੇ ਬੱਚੇ ਚਾਹੀਦੇ ਨੇ, ਤੇ ਬੱਚੇ ਦੀ ਉਮਰ ਹੀ ਖਾਣ ਪੀਣ ਦੀ ਉਮਰ ਹੈ। ਅਗਰ ਬੱਚਾ ਘੜੀ ਘੜੀ ਖਾਵੇ ਹੀ ਨਾ ਤੇ ਕਾਹਦਾ ਬੱਚਾ ਹੋਇਆ ਫਿਰ? ਤੇ ਜਿਹੜਾ ਮੇਰੇ ਵਰਗਾ ਵੱਡਾ ਘੜੀ ਘੜੀ ਖਾਂਦਾ ਰਵੇ, ਉਹਨੂੰ ਲੋਕ ਕਹਿਣ ਲੱਗ ਜਾਂਦੇ ਨੇ ਕੀ ਬੱਚਿਆਂ ਨੂੰ ਹਰ ਵੇਲੇ ਮੂੰਹ ਹੀ ਮਾਰਦਾ ਰਹਿੰਦਾ ਹੈ। ਵੈਸੇ ਇਹ ਗੱਲ ਤੁਸੀਂ ਵੀ ਕਦੇ ਸੋਚੀ ਹੋਏਗੀ ਕਿ ਮੇਰੇ ਵੀ ਕਈ ਵਾਰੀ ਮਨ ਚ ਆਉਂਦਾ ਵੀ ਬੱਚਾ, ਉਹਦੀ ਕਿੰਨੀ ਡਾਈਟ ਹੈ, ਖਾਈ ਜਾਂਦਾ, ਪਰ ਜੇ ਤੁਸੀਂ ਉਹਦੀ ਕਿਤੇ ਵਰਕਿੰਗ ਵੇਖੋ ਨਾ, ਉਹ ਜਿੰਨੇ ਵਾਰੀ ਬੈੱਡ ਤੋਂ ਥੱਲੇ ਉਤਰ ਕੇ ਉੱਤੇ ਚੜ੍ਹਦਾ, ਮੇਰੇ ਖਿਆਲ ਇੰਨੇ 'ਚ ਕਈ ਕਿਲੋਮੀਟਰ ਬਣ ਜਾਂਦੇ ਹੋਣੇ ਨੇ। ਜਿੰਨੇ ਵਾਰੀ ਸੋਫੇ ਤੇ ਚੜ੍ਹ ਕੇ ਥੱਲੇ ਉਤਰਦਾ, ਟੇਬਲ ਤੇ ਚੜ੍ਹ ਕੇ ਥੱਲੇ ਉਤਰਦਾ, ਕੁਰਸੀ ਤੇ ਚੜ੍ਹ ਕੇ ਥੱਲੇ ਉਤਰਦਾ। ਘਰ ਦੇ ਜੀਆਂ ਨੂੰ ਜਿੰਨਿਆਂ ਨੂੰ ਉਹ ਬੁਲਾਉਣ ਜਾਂਦਾ, ਜਿੰਨਿਆਂ ਨਾਲ ਉਹ ਜੱਫੀਆਂ ਪਾਉਂਦਾ, ਮਿਲਦਾ ਵਰਤਦਾ, ਮੇਰੇ ਖਿਆਲ ਇਹਦੇ 'ਚ ਕਈ ਕਿਲੋਮੀਟਰ ਲੰਘ ਜਾਂਦਾ ਹੋਣਾ ਹੈ। ਇਸ ਹਿਸਾਬ ਨਾਲ ਉਹਦਾ ਖਾਣ ਪੀਣ ਹੁੰਦਾ ਹੈ। ਨਾਰਦ ਮੁਨੀ ਨੇ ਕਿਹਾ ਹੈ, ਪੁੱਤਰ ਤੇਰੀ ਉਮਰ ਖੇਡਣ ਦੀ ਹੈ, ਖਾਣ ਪੀਣ ਦੀ ਹੈ, ਤੇ ਇਹ ਤੂੰ ਕੀ ਫੈਸਲਾ ਕਰ ਲਿਆ ਵੀ ਮੈਂ ਜੰਗਲ ਨੂੰ ਚੱਲਿਆ ਜੀ, ਮੈਂ ਭਗਤੀ ਕਰਨੀ ਹੈ? ਹਾਂਜੀ। ਅਬੈ ਗਿਆਨ ਕੀ ਕੀਨਸ ਪ੍ਰੀਹਾ, ਤਾਂ ਪਰ ਸੁਨੋ ਬਾਤ ਮਮ ਲੀਹਾ। ਰਹੀ ਗੱਲ ਬੱਚੇ ਕਿ ਤੂੰ ਗਿਆਨ ਹਾਸਲ ਕਰਨਾ ਚਾਹੁੰਦਾ ਹੈ, ਤੇ ਇਹਦੇ ਬਾਰੇ ਮੈਂ ਤੈਨੂੰ ਇੱਕ ਗੱਲ ਦੱਸਾਂ। ਇਹਦੇ ਬਾਰੇ ਮੇਰੇ ਕੋਲੋਂ ਇੱਕ ਸਬਕ ਸੁਣੇਗਾ? ਹਾਂਜੀ। ਜਬ ਪ੍ਰਾਨੀ ਕੋ ਉਪਜੈ ਗਿਆਨਾ, ਸ਼ਤਰ ਮਿਤਰ ਦੁਖ ਸੁਖ ਸਮਾਨਾ। ਪੁੱਤਰ ਜਦੋਂ ਗਿਆਨ ਪੈਦਾ ਹੋ ਜਾਏ ਤੇ ਫਿਰ ਮਿੱਤਰ ਤੇ ਸ਼ਤਰੂ ਬਰਾਬਰ ਹੋ ਜਾਂਦੇ ਨੇ। ਔਖੀ ਹੈ ਗੱਲ, ਪਰ ਬਹੁਤ ਵੱਡੀ ਗੱਲ ਹੈ। ਇਹ ਜ਼ਰੂਰੀ ਨਹੀਂ ਕਿ ਜਿਹੜੇ ਅੱਜ ਤੁਹਾਡੇ ਮਿੱਤਰ ਨੇ ਇਹ ਸਾਰੀ ਉਮਰ ਤੁਹਾਡੇ ਮਿੱਤਰ ਰਹਿਣਗੇ, ਇਹ ਜ਼ਰੂਰੀ ਨਹੀਂ ਹੈ। ਜਿਹੜੇ ਅੱਜ ਤੁਹਾਡੇ ਦੁਸ਼ਮਣ ਨੇ ਇਹ ਸਾਰੀ ਉਮਰ ਤੁਹਾਡੇ ਦੁਸ਼ਮਣ ਰਹਿਣਗੇ, ਇਹ ਜ਼ਰੂਰੀ ਨਹੀਂ ਹੈ। ਤੁਸੀਂ ਵੇਖਿਆ ਸਾਧੂ ਤੇ ਸਿਆਸਤਦਾਨ ਇਹ ਕਦੇ ਰੁਕਦੇ ਨਹੀਂ, ਇਹ ਕਦੇ ਨਹੀਂ ਰੁਕਦੇ, ਕਿਉਂਕਿ ਇਹਨਾਂ ਦਾ ਨਾ ਕੋਈ ਮਿੱਤਰ ਹੁੰਦਾ, ਨਾ ਇਹਨਾਂ ਦਾ ਕੋਈ ਦੁਸ਼ਮਣ ਹੁੰਦਾ ਹੈ। ਸਾਧੂ ਦੀ ਦੌੜ ਪਰਮਾਤਮਾ ਵੱਲ ਹੁੰਦੀ ਹੈ, ਤੇ ਸਿਆਸਤਦਾਨ ਦੀ ਦੌੜ ਤਖਤ ਵੱਲ ਹੁੰਦੀ ਹੈ। ਤੇ ਤਖਤ ਹਾਸਲ ਕਰਨ ਵਾਸਤੇ ਇਹ ਪਤਾ ਹੀ ਨਹੀਂ ਕਿਹਦੇ ਕਿਹਦੇ ਨਾਲ ਸਮਝੌਤਾ ਕਰ ਸਕਦਾ ਹੈ। ਅੱਜ ਜਦੋਂ ਰਾਜਨੀਤਿਕ ਪਾਰਟੀਆਂ ਇੱਕ ਦੂਜੇ ਨਾਲ ਅਲਾਇੰਸ ਕਰਦੀਆਂ ਨੇ, ਬੰਦੇ ਦੇ ਖਾਨਿਓਂ ਵੀ ਨਿਕਲ ਜਾਂਦੀ ਗੱਲ ਵੀ ਹੋਇਆ ਕੀ ਹੈ। ਇੱਦਾਂ ਵੀ ਹੋ ਸਕਦਾ। ਜਿਹੜੀਆਂ ਪਾਰਟੀਆਂ ਨੂੰ ਉਹ ਕਦੇ ਖੁਦ, ਤੁਸੀਂ ਇਲੈਕਸ਼ਨ ਤੋਂ ਪਹਿਲਾਂ ਵੇਖੋ ਹਰਿਆਣੇ 'ਚ ਪਿੱਛੇ ਇਲੈਕਸ਼ਨ ਹੋਈ ਹੈ, ਜੋ ਬੀਜੇਪੀ ਨੇ ਬੋਲਿਆ ਔਰ ਜੋ ਦੇਵੀ ਲਾਲ ਦੇ ਪੋਤਰਿਆਂ ਨੇ ਬੋਲਿਆ, ਅਗਰ ਉਹ ਸਾਰੀਆਂ ਰਿਕਾਰਡਿੰਗ ਰੱਖ ਲਈਆਂ ਜਾਣ ਤੇ ਇਸ ਤੋਂ ਮਾੜਾ ਕੁਝ ਨਹੀਂ ਹੋ ਸਕਦਾ। ਪਰ ਇਲੈਕਸ਼ਨ ਰਿਜ਼ਲਟ ਆਉਣ ਦੀ ਦੇਰ ਸੀ, ਸਭ ਖਿਚੜੀ ਮਿਚੜੀ ਹੋ ਗਏ, ਸਰਕਾਰ ਵੀ ਬਣ ਗਈ। ਉਹਨਾਂ ਦਾ ਪਿਓ ਵੀ ਜਿਹੜਾ ਸੀ ਉਹ ਪਰੋਲ ਤੇ ਬਾਹਰ ਆ ਗਿਆ। ਤਾਂ ਹੀ ਕਹਿੰਦੇ ਰਾਜਨੀਤੀ ਵਿੱਚ ਕੋਈ ਕਿਸੇ ਦਾ ਦੋਸਤ ਨਹੀਂ ਹੁੰਦਾ, ਕੋਈ ਦੁਸ਼ਮਣ ਨਹੀਂ ਹੁੰਦਾ। ਬਿਲਕੁਲ ਇਹਨੂੰ ਇਦਾਂ ਵੀ ਸਮਝਣਾ, ਧਰਮ ਦੇ ਵਿੱਚ ਵੀ ਇਦਾਂ ਹੀ ਹੈ। ਇਹ ਜਿਹੜਾ ਨਾ ਦੋਸਤ ਬਣਾ ਲੈਣਾ, ਦੁਸ਼ਮਣ ਬਣਾ ਲੈਣਾ, ਇਹ ਸਾਡਾ ਤੁਹਾਡਾ ਕੰਮ ਹੈ ਸਮਾਜਿਕ ਲੋਕਾਂ ਦਾ। ਹੁਣ ਪੁੱਤਰ ਹੈ, ਸਾਰੀ ਉਮਰ ਪੁੱਤਰ ਨੂੰ ਅਸੀਂ ਮਿੱਤਰ ਬਣਾ ਲਿਆ, ਕਿ ਜ਼ਰੂਰੀ ਹੈ ਵੀ ਇਹ ਬੁੱਢੇ ਬਾਰੇ ਤੁਹਾਨੂੰ ਰੋਟੀ ਦੇਗਾ? ਭਰਾਵਾਂ ਨਾਲ ਭਤੀਜਿਆਂ ਨਾਲ ਵੈਰ ਬੰਨ ਲੈ ਤੇ ਪਤਾ ਹੀ ਨਹੀਂ ਬੁੱਢੇ ਬਾਰੇ ਕੰਮ ਕਿੰਨੇ ਆਉਣਾ ਹੈ।
ਗੁਆਂਢੀਆਂ ਨਾਲ ਲੜਾਈਆਂ ਕੀਤੀਆਂ, ਉਧਰ ਕੀਤੀਆਂ, ਰਿਸ਼ਤੇਦਾਰ ਛੱਡ ਦਿੱਤੇ। ਪੋਲੀਟੀਸ਼ੀਅਨ ਆਦਮੀ ਕਿਸੇ ਨੂੰ ਨਹੀਂ ਛੱਡਦਾ, ਧਰਮੀ ਵੀ ਨਹੀਂ ਛੱਡਦਾ। ਧਰਮ ਦੀ ਦੁਨੀਆ ਦੇ ਵਿੱਚ ਵੇਖੋ, ਨਾਰਦ ਮੁਨੀ ਨੇ ਕਿਹਾ, ਧਰੂ ਤੂੰ ਚੱਲਿਆ ਗਿਆਨ ਲੈਣ ਰੱਬ ਦਾ, ਤੇ ਜਦੋਂ ਤੈਨੂੰ ਗਿਆਨ ਹਾਸਲ ਹੋ ਗਿਆ ਤੇਰੇ ਮਿੱਤਰ ਤੇ ਸ਼ੱਤਰ ਖਤਮ ਹੋ ਜਾਣਗੇ। ਕੋਈ ਮਿੱਤਰ ਨਹੀਂ ਰਹੇਗਾ, ਕੋਈ ਦੁਸ਼ਮਣ ਨਹੀਂ ਰਹੇਗਾ, ਮਿੱਤਰ ਵੀ ਕੋਈ ਨਹੀਂ ਹੋਏਗਾ। ਇਹ ਜਿਹੜਾ ਆਪਣਾ ਹੈ ਜੀ, ਬਗਾਨਾ ਹੈ ਜੀ, ਇਹ ਸਭ ਝੂਠ ਹੈ। ਜੇ ਆਪਣਾ ਹੈ ਤੇ ਫਿਰ ਸਾਰੀ ਉਮਰ ਆਪਣਾ ਕਿਉਂ ਨਹੀਂ ਰਹਿੰਦਾ? ਕਦੇ ਕਿਸੇ ਦੇ ਘਰ ਜਾ ਕੇ ਪੁੱਛਿਓ ਵੀ ਇਹ ਨਾਲ ਦਾ ਘਰ ਕਿਹਦਾ ਹੈ? ਗੁਰੂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਬਠਿੰਡੇ ਗਏ ਤਾਂ ਉੱਥੇ ਇੱਕ ਪਰਿਵਾਰ, ਉਹ ਕਹਿਣ ਲੱਗਾ ਮਹਾਰਾਜ ਸਾਡੇ ਘਰ ਚੱਲੋ। ਸਤਿਗੁਰੂ ਗਏ। ਉਹਨੇ ਕੀ ਕੀਤਾ? ਉਹਨੇ ਪਿਛਲੇ ਪਾਸਿਓਂ ਦੀ ਸਤਿਗੁਰੂ ਨੂੰ ਪੌੜੀਆਂ ਚੜਾਈਆਂ ਉੱਤੇ ਚੁਬਾਰੇ ਵਿੱਚ ਲੈ ਕੇ ਜਾਣ ਵਾਸਤੇ। ਤੇ ਸਤਿਗੁਰਾਂ ਨੇ ਪੁੱਛਿਆ ਵੀ ਆਹ ਜਿਹੜੀਆਂ ਅਗਲੇ ਪਾਸੇ ਪੌੜੀਆਂ ਉਤਰਦੀਆਂ ਨੇ, ਤੂੰ ਸਾਨੂੰ ਇੱਧਰ ਦੀ ਕਿਉਂ ਨਹੀਂ ਲੈ ਕੇ ਆਇਆ? ਕਹਿੰਦਾ ਜੀ ਮੇਰਾ ਭਰਾ ਇੱਧਰ ਹੈ, ਮੇਰੀ ਉਹਦੀ ਬਣਦੀ ਨਹੀਂ ਹੈ। ਹਾਲਾਤ ਇਹ ਨੇ ਸਾਡੇ। ਨਾਰਦ ਮੁਨੀ ਨੇ ਕਿਹਾ, ਧਰੂ ਤੂੰ ਜਿਸ ਗੁੱਸੇ ਵਿੱਚ ਜਾ ਰਿਹਾ ਹੈ ਨਾ ਭਗਤੀ ਕਰਨ, ਵੀ ਮਤਰੇਈ ਮਾਂ ਨੇ ਮੈਨੂੰ ਆਹ ਕਹਿ ਦਿੱਤਾ, ਉਹ ਕਹਿ ਦਿੱਤਾ, ਜਿੱਦਣ ਗਿਆਨ ਹਾਸਲ ਹੋਇਆ ਨਾ ਤੇ ਮਤਰੇਈ ਮਾਂ ਰਵੇਗੀ ਤੇ ਨਾ ਹੀ ਉਹਦੇ ਬੋਲੇ ਹੋਏ ਬੋਲ ਜਿਹੜੇ ਨੇ ਉਹ ਤੇਰੇ ਕੰਨਾਂ ਵਿੱਚ ਜ਼ਹਿਰ ਬਣ ਕੇ ਰਹਿਣਗੇ, ਇਹ ਖਤਮ ਹੋ ਜਾਣਗੇ। ਕਿਉਂਕਿ ਨਾ ਕਾਹੂ ਸੋ ਦੋਸਤੀ, ਨਾ ਕਾਹੂ ਸੋ ਬੈਰ, ਨਾ ਦੋਸਤੀ ਹੋਏਗੀ ਨਾ ਦੁਸ਼ਮਣੀ ਹੋਏਗੀ। ਹਾਂਜੀ। ਤਉ ਤਪ ਕਰਨ ਬਾਦ ਹੈ ਤੇਰੋ, ਹਟੋ ਜਾਹੋ ਗ੍ਰਹਿ ਕਰੋ ਬਸੇਰੋ। ਤੇ ਜੇ ਪੁੱਤ ਬਦਲੇ ਲੈਣ ਵਾਸਤੇ ਤਪ ਕਰਨਾ ਹੈ ਤੇ ਤਪ ਵਿਅਰਥ ਹੈ, ਛੱਡ। ਫਿਰ ਕੱਲ ਨੂੰ ਜੰਗਲ 'ਚ ਜਾ ਕੇ ਸਮਾਂ ਖਰਾਬ ਕਰਨਾ ਹੈ, ਫਿਰ ਘਰ ਚਲਾ ਜਾ। ਦੇਖੋ ਨਾ, ਜੇ ਧਰਮ ਵੀ ਕਰਨਾ ਹੈ ਤੇ ਵੈਰ ਵਿਰੋਧ ਵੀ ਕਰਨਾ ਹੈ, ਫਿਰ ਧਰਮ ਕਰਨ ਦੀ ਲੋੜ ਨਹੀਂ ਹੈ। ਕਿਉਂਕਿ ਧਰਮ ਤੁਹਾਡਾ ਵਿਅਰਥ ਹੋ ਜਾਏਗਾ ਜੇ ਤੁਸੀਂ ਵੈਰ ਵਿਰੋਧ ਵੀ ਕਰੋਗੇ ਤਾਂ। ਹਾਂਜੀ। ਜੇਤੋ ਸੁਖ ਤੁਜ ਦੇਹ ਬਿਮਾਤਾ, ਤਿਤੋ ਜਾਏ ਭੋਗੋ ਹੇ ਤਾਤਾ। ਇਸ ਕਰਕੇ ਜਿੰਨਾ ਕੁ ਸੁਖ ਉਹ ਮਤਰੇਈ ਮਾਂ ਦਿੰਦੀ, ਪੁੱਤ ਓਨਾ ਹੀ ਲੈ ਲੈ। ਵੇਖੋ ਗੱਲ ਤੇ ਠੀਕ ਹੈ। ਰਾਜੇ ਦੇ ਘਰ ਵਿੱਚ ਇਹਦੀ ਮਾਂ ਜਿਹੜੀ ਸੀ, ਉਹਨੂੰ ਰਾਜਾ ਪਿਆਰ ਨਹੀਂ ਸੀ ਕਰਦਾ, ਪਰ ਉਹਦੇ ਬਾਵਜੂਦ ਇੱਕ ਮਹਿਲ ਸੀ ਉਹਦੇ ਕੋਲੇ, ਦਾਸੀਆਂ, ਗੋਲੀਆਂ, ਗੋਲੇ, ਹਾਥੀ, ਘੋੜੇ, ਰੱਥ, ਨੌਕਰ, ਚਾਕਰ, ਧਨ ਦੌਲਤ, ਬਾਕੀ ਸਾਰਾ ਕੁਝ ਸੀ। ਨਾਰਦ ਕਹਿਣ ਲੱਗਾ, ਪੁੱਤਰ ਜੋ ਮਤਰੇਈ ਮਾਂ ਦਿੰਦੀ ਉਹੀ ਲੈ ਲੈ, ਉਹ ਵੀ ਥੋੜਾ ਨਹੀਂ ਹੈ, ਉਹ ਵੀ ਬਹੁਤ ਹੋਏਗਾ। ਹਾਂਜੀ। ਘਰ ਸੰਤੋਖ ਰਹੋ ਘਰ ਮਾਹੀ, ਅਹੋ ਵਤਸ ਬਨ ਕੁਛ ਸੁਖ ਨਾਹੀ। ਅਜੇ ਤੂੰ ਬਤਸ ਹੈ, ਬੱਚਾ ਹੈ। ਜੰਗਲ ਵਿੱਚ ਪੁੱਤਰ ਸੁਖ ਨਹੀਂ ਹੁੰਦੇ ਕਦੇ ਵੀ। ਇਸ ਕਰਕੇ ਘਰ ਚਲਾ ਜਾ, ਸੰਤੋਖ ਨਾਲ ਜਿੰਨਾ ਮਿਲੇ ਉਹਨੇ ਵਿੱਚ ਖੁਸ਼ ਰਵੀਂ। ਰਾਜਾ ਥੋੜਾ ਵੀ ਦਵੇਗਾ ਤੇ ਤੇਤੋਂ ਖਾਧਾ ਨਹੀਂ ਜਾਏਗਾ, ਇਹ ਇੱਕ ਹਕੀਕਤ ਹੈ। ਰਾਜਾ ਆਦਮੀ ਜਿਹੜਾ ਹੈ, ਉਹਦੇ ਘਰ ਵਿੱਚ ਕਿਸ ਗੱਲ ਦੀ ਕਮੀ ਹੋ ਸਕਦੀ ਹੈ ਜੀ? ਰਾਜਿਆਂ ਦੇ ਘਰਾਂ ਦੇ ਤੇ ਨੌਕਰ ਨਹੀਂ ਮਾਣ ਹੁੰਦੇ ਭਾਈ। ਰਾਜਿਆਂ ਦੇ ਘਰਾਂ ਦੇ ਨੌਕਰ ਨਹੀਂ ਮਾਣ ਹੁੰਦੇ, ਤੇ ਜਿਹੜੇ ਰਾਜਿਆਂ ਦੇ ਘਰਾਂ 'ਚ ਧੀਆਂ ਪੁੱਤਰ ਹੋਣਗੇ ਉਹਨਾਂ ਨੂੰ ਕਿਸ ਗੱਲ ਦੀ ਕਮੀ ਹੈ? ਹਾਂਜੀ। ਜੋ ਤਵ ਜਨਨ ਕੀਨ ਉਪਦੇਸ਼ਾ, ਲੈ ਨ ਚਹੋ ਤਹਿ ਵੱਡੋ ਅੰਦੇਸ਼ਾ। ਪਰ ਜਿਹੜਾ ਉਪਦੇਸ਼ ਤੇਰੀ ਮਾਂ ਨੇ ਦਿੱਤਾ ਹੈ, ਭਗਤੀ ਕਰ, ਸੰਘਾਸਣ ਲੈ, ਇਹਦੇ 'ਚ ਅੰਦੇਸ਼ਾ ਬਹੁਤ ਹੈ। ਇਹ ਪੱਕੀ ਗੱਲ ਨਹੀਂ ਹੈ, ਯਕੀਨ ਨਹੀਂ ਹੈ ਇੱਦਾਂ ਹੋ ਸਕਦਾ ਹੈ, ਜ਼ਰੂਰੀ ਨਹੀਂ ਹੈ।
ਕਿ ਜਿੰਨੇ ਲੋਕ ਬੰਬੇ ਗਏ ਸਾਰੇ ਹੀਰੋ ਬਣ ਗਏ, ਜਿੰਨੇ ਲੋਕ ਡਾਕਟਰੀ ਕਰਨ ਗਏ ਕਿ ਸਾਰੇ ਡਾਕਟਰ ਬਣ ਗਏ, ਬਣ ਵੀ ਗਏ ਹੋਣਗੇ, ਤੇ ਕੀ ਸਾਰਿਆਂ ਦਾ ਨਾਂ ਹੀ ਡਾਕਟਰ ਤ੍ਰੇਣ ਵਰਗਾ ਹੋਏਗਾ? ਕੀ ਗਰੰਟੀ ਹੈ ਕਿ ਦੁਨੀਆ ਦੇ ਕੋਈ ਉਂਗਲਾਂ ਤੇ ਗਿਣੇ ਜਾਣ ਵਾਲੇ ਡਾਕਟਰ ਦਲਜੀਤ ਸਿੰਘ ਵਰਗੇ ਕੀ ਉਹ ਡਾਕਟਰ ਬਣ ਸਕਦੇ ਨੇ? ਹੁਣ ਤੇ ਉਹਨਾਂ ਦੀ ਡੈਥ ਹੋ ਗਈ ਵਿਚਾਰਿਆਂ ਦੀ, ਨਹੀਂ ਤੇ ਅੱਖਾਂ ਦੇ ਆਪਰੇਸ਼ਨ ਦਾ ਦੁਨੀਆ ਦਾ ਮੰਨਿਆ ਪਰਮੰਨਿਆ ਡਾਕਟਰ ਸੀ ਅੰਮ੍ਰਿਤਸਰ ਸਾਹਿਬ ਦਾ ਡਾਕਟਰ ਦਲਜੀਤ ਸਿੰਘ। ਕਿ ਵਪਾਰ ਦੀ ਦੁਨੀਆ ਵਿੱਚ ਸਾਰੇ ਬਿਰਲੇ ਟਾਟੇ ਬਣ ਗਏ? ਕਿ ਹਰ ਬੰਦਾ ਅਦਾਨੀ ਅੰਬਾਨੀ ਬਣ ਜਾਏਗਾ? ਨਹੀਂ। ਵਪਾਰੀ ਤਾਂ ਉਹ ਵੀ ਹੈ ਜਿਹੜਾ ਹੱਟੀ ਤੇ ਕਰਿਆਨਾ ਵੇਚਦਾ, ਵਪਾਰੀ ਤਾਂ ਉਹ ਵੀ ਹੈ ਜਿਹੜਾ ਰੇਹੜੀ ਤੇ ਸਬਜ਼ੀ ਵੇਚਦਾ, ਵਪਾਰੀ ਉਹ ਵੀ ਵਪਾਰੀ, ਉਹ ਕੀ ਹੈ? ਉਹ ਵੀ ਤਾਂ ਵਪਾਰੀ ਕਰ ਰਿਹਾ। ਪਰ ਹਰ ਵਿਅਕਤੀ ਅਰਬਾਂ ਖਰਬਾਂ ਦਾ ਮਾਲਕ ਨਾ ਹੋਇਆ ਤੇ ਨਾ ਹੋ ਸਕਦਾ ਹੈ। ਨਾਰਦ ਮੁਨੀ ਨੇ ਸਮਝਾਇਆ ਵੀ ਧਰੂ ਇਹ ਕੰਮ ਨਾ ਕਰ। ਹਰ ਭਗਤੀ ਕਰਨ ਵਾਲਾ ਸਿੰਘਾਸਨਾਂ ਤੱਕ ਨਹੀਂ ਪਹੁੰਚਿਆ। ਇਹਨੂੰ ਆਪਣੇ ਨਾ ਬਜ਼ੁਰਗ ਇੱਕ ਗੱਲ ਕਹਿੰਦੇ ਹੁੰਦੇ ਸੀ, ਕਹਿੰਦੇ ਪੁੱਤਰ ਫਕੀਰਾ ਫਕੀਰੀ ਦੂਰ ਹੈ, ਜਿਉਂ ਉੱਚੀ ਲੰਬੀ ਖਜੂਰ ਹੈ, ਫਕੀਰੀ ਦਾ ਘਰ ਬੜੀ ਦੂਰ ਹੈ। ਫਕੀਰੀ ਸੌਖੀ ਨਹੀਂ ਹੈ। ਕੇਵਲ ਕੱਪੜੇ ਪਾਉਣ ਨਾਲ ਤੁਸੀਂ ਕਹੋ ਜੀ ਬੰਦਾ ਫਕੀਰ ਹੋ ਜਾਂਦਾ ਹੈ, ਨਾ। ਫਕੀਰੀ ਦੇ ਰਸਤੇ ਵਿੱਚ ਬੜੇ ਉਤਰਾਅ ਚੜਾਅ ਹੋਣਗੇ। ਤੁਸੀਂ ਕੀ ਸੋਚਦੇ ਵੀ ਸਿੱਧਾ ਰੱਬ ਆਪੇ ਹੀ ਮਿਲ ਪੈਂਦਾ ਹੈ? ਨਾ, ਰੱਬ ਵੀ ਬੰਦੇ ਦੇ ਬੜੇ ਇਮਤਿਹਾਨ ਲੈਂਦਾ ਹੈ, ਬੜੀਆਂ ਕਸਵੱਟੀਆਂ ਲਾਉਂਦਾ ਹੈ, ਬੜੇ ਤਾਉ ਦਿੰਦਾ ਹੈ। ਜਿਵੇਂ ਸੁਨਿਆਰਾ ਸੋਨੇ ਨੂੰ ਸ਼ੁੱਧ ਕਰਦਾ ਹੈ ਨਾ, ਰੱਬ ਵੀ ਭਗਤ ਨੂੰ ਇਵੇਂ ਸ਼ੁੱਧ ਕਰਦਾ ਹੈ, ਭੱਠੀਆਂ ਤੇ ਚਾੜ ਚਾੜ ਕੇ। ਨਾਰਦ ਮੁਨੀ ਨੇ ਰੋਕਿਆ ਉਸ ਨੂੰ। ਹਾਂਜੀ। ਖੂਜਤ ਜਿਹ ਕੋ ਮੁਨੀ ਜੋਗੇਸ਼ਰ, ਦੁਰਾ ਤਜ ਸੋ ਲਖ ਪਰਮੇਸ਼ਰ। ਇਸ ਕਰਕੇ ਜਿਸ ਪਰਮਾਤਮਾ ਨੂੰ ਰਿਸ਼ੀ ਮੁਨੀ ਲੱਭਦੇ ਫਿਰਦੇ ਨੇ, ਪੁੱਤਰ ਉਹਦੀ ਭਗਤੀ ਬੜੀ ਔਖੀ ਹੈ। ਮੁੜ ਜਾ ਵਾਪਸ। ਇਹਦਾ ਅਰਥ ਇਹ ਨਹੀਂ ਹੈ ਕਿ ਨਾਰਦ ਮੁਨੀ ਉਸ ਨੂੰ ਮੋੜਨਾ ਚਾਹੁੰਦਾ ਸੀ। ਅਸਲ ਵਿੱਚ ਨਾਰਦ ਮੁਨੀ ਉਹਨੂੰ ਪਰਖਣਾ ਚਾਹੁੰਦਾ ਸੀ ਕਿ ਕੀ ਉੱਥੋਂ ਤੱਕ ਜਾਏਗਾ ਇਹ। ਜਿਹੜੀ ਇੰਟਰਵਿਊ ਹੁੰਦੀ ਹੈ ਨਾ, ਮੈਨੂੰ ਵੀ ਜ਼ਿੰਦਗੀ 'ਚ ਬਹੁਤ ਸਮੇਂ ਬਾਅਦ ਜਾ ਕੇ ਸਮਝ ਆਈ ਵੀ ਇੰਟਰਵਿਊ ਦਾ ਮੀਨਿੰਗ ਕੀ ਹੁੰਦਾ ਹੈ। ਇੰਟਰਵਿਊ ਦੇ ਵਿੱਚ ਇਹ ਨਹੀਂ ਹੁੰਦਾ ਕਿ ਤੁਹਾਨੂੰ ਗਿਆਨ ਕਿੰਨਾ ਹੈ। ਇੰਟਰਵਿਊ ਦੇ ਵਿੱਚ ਸਿਰਫ ਤੁਹਾਡਾ ਬੁੱਧੀ ਦਾ ਇੱਕ ਲੈਵਲ ਪਰਖਿਆ ਜਾਂਦਾ ਹੈ, ਤੁਹਾਡੀ ਕਪੈਸਿਟੀ ਨੂੰ ਵੇਖਿਆ ਜਾਂਦਾ ਹੈ। ਵੀ ਜੇ ਨਹੀਂ ਵੀ ਆਉਂਦਾ ਤੇ ਸਿੱਖਣ ਦੀ ਸਮਰੱਥਾ ਹੈ। ਗਲਤ ਇਹ ਨਹੀਂ ਹੈ। ਜਿੰਨੀਆਂ ਨੌਕਰੀਆਂ ਨੇ, ਨੌਕਰੀਆਂ ਦੇ ਵਿੱਚ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਕੋਰਸ ਨੇ, ਕਈ ਤਰ੍ਹਾਂ ਦੀਆਂ ਟ੍ਰੇਨਿੰਗਾਂ ਨੇ। ਕਾਹਦੇ ਲਈ ਨੇ? ਇਸੇ ਕਰਕੇ ਨੇ ਕਿ ਕੀ ਉਸ ਟ੍ਰੇਨਿੰਗ ਵਿੱਚ ਇਹ ਬੱਚਾ ਜਾ ਕੇ ਮੁੜ ਕੇ ਸਫਲ ਹੋ ਸਕੇਗਾ, ਕਿ ਇਹਨੂੰ ਸਮਝ ਆਉਂਦੀ ਹੈ, ਕਿ ਇਹਦਾ ਸਰੀਰ ਠੀਕ ਹੈ। ਇੰਟਰਵਿਊ ਦਾ ਮਤਲਬ ਇੰਨਾ ਹੀ ਹੁੰਦਾ ਹੈ। ਨਾਰਦ ਮੁਨੀ ਨੇ ਉਹਨੂੰ ਪਹਿਲਾਂ ਚੈੱਕ ਕੀਤਾ ਹੈ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣਾਂਗੇ ਕਿ ਫਿਰ ਜਦੋਂ ਉਹਨੂੰ ਸਮਝ ਆ ਗਈ ਵੀ ਨਹੀਂ ਧਰੂ ਤਾਂ ਪੱਕਾ ਹੈ, ਭਗਤੀ ਕਰੇਗਾ, ਫਿਰ ਕਹਿੰਦਾ ਬੱਚਿਆ ਮੈਂ ਤੈਨੂੰ ਮੋੜਨਾ ਨਹੀਂ ਸੀ ਚਾਹੁੰਦਾ, ਮੈਂ ਤੈਨੂੰ ਪਰਖਦਾ ਸੀ ਕਿ ਭਗਤੀ ਕਰਨ ਜੋਗਾ ਹੈਗਾ ਵੀ ਹੈ ਤੂੰ। ਐਵੇਂ 2-4 ਸਾਲ ਗਵਾ ਕੇ ਆ ਜਾਏ, ਜਿਵੇਂ ਇੱਥੇ ਕਈ ਬਾਹਰ ਗਏ ਉੱਥੋਂ ਆ ਗਏ। ਉਹ ਬੜਾ ਪਿਆਰਾ ਇੱਕ ਸ਼ਬਦ ਬੋਲਦੇ ਹੁੰਦੇ ਨੇ ਕਿ ਘਰ ਕੇ ਭੌਂਦੂ ਲੌਟ ਕੇ ਆਏ। ਕਈ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ 'ਚ ਗਏ, ਮਾਂ ਪਿਓ ਦੇ ਪੈਸੇ ਉਜਾੜ ਕੇ ਆ ਗਏ। ਵਿਦੇਸ਼ਾਂ 'ਚ ਗਏ, ਮਾਂ ਪਿਓ ਦੇ ਪੈਸੇ ਉਜਾੜ ਕੇ ਆ ਗਏ। ਸਾਰੇ ਤਾਂ ਨਹੀਂ ਕਾਮਯਾਬ ਹੁੰਦੇ। ਕਹਿੰਦਾ ਮੈਂ ਵੇਖਣਾ ਚਾਹੁੰਦਾ ਸੀ ਕਿ ਕੀ ਤੇਰੀ ਵਾਕਈ ਏਡੀ ਨਿਸ਼ਠਾ ਹੈ, ਤੇ ਜੇ ਏਡੀ ਨਿਸ਼ਠਾ ਤੇ ਜਾ ਪੁੱਤਰ, ਤੈਨੂੰ ਪ੍ਰਵਾਨ ਚੜ੍ਹਨ ਤੋਂ ਕੋਈ ਨਹੀਂ ਰੋਕ ਸਕਦਾ। ਅੱਜ ਸਮਾਂ ਸਮਾਪਤ ਹੈ। ਸਤਿਗੁਰੂ ਕਿਰਪਾ ਕਰਨ ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ